ਵੈਲਕਮ ਹੈ ਦੋਸਤੋ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਸੱਚੋ ਸੱਚ ਅਮਰੀਕਾ ਦਾ ਸਫ਼ਰਨਾਮਾ, ਲੇਖਕ ਨਰਿੰਦਰ ਸਿੰਘ ਕਪੂਰ। ਲੇਖ ਅਮਰੀਕਾ ਵਿੱਚ ਵੱਸਦੇ ਪੰਜਾਬੀ। ਦੋਸਤੋ, ਬਾਹਰ ਜਾ ਕੇ ਸਾਡੇ ਪੰਜਾਬੀ ਕੀ ਕੁਝ ਕਰਦੇ ਨੇ, ਗੋਰੇ ਸਾਡੇ ਬਾਰੇ ਕੀ ਸੋਚਦੇ ਨੇ, ਜੋ ਵੀ ਉੱਥੇ ਜਾ ਕੇ ਪੰਜਾਬੀ ਕਰਦੇ ਨੇ, ਸਾਰਾ ਹਾਲ ਉਹ ਇਸ ਕਿਤਾਬ ਵਿੱਚ ਹੈ। ਸੋ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਕਹੀਆਂ ਗਈਆਂ ਨੇ ਜਿਹੜੀਆਂ ਕਿ ਯਾਦ ਰੱਖਣ ਵਾਲੀਆਂ ਨੇ, ਨੋਟ ਕਰਨ ਵਾਲੀਆਂ ਨੇ। ਸੋ ਸਾਰਾ ਲੇਖ ਜ਼ਰੂਰ ਸੁਣਿਓ। ਮੈਂ ਵੀ ਸੁਣਿਆ ਹੋਇਆ ਸੀ ਕਿ ਪੰਜਾਬੀ ਅਤੇ ਆਲੂ ਦੁਨੀਆ ਦੇ ਹਰ ਹਿੱਸੇ ਵਿੱਚ ਮਿਲਦੇ ਹਨ। ਇਸੇ ਭਰਮ ਭਰੀ ਭਾਵਨਾ ਅਧੀਨ ਮੈਂ ਸੋਚਦਾ ਸਾਂ ਕਿ ਜਦੋਂ ਅਮਰੀਕਾ ਦੇ ਅੱਡੇ 'ਤੇ ਮੇਰਾ ਜਹਾਜ਼ ਉਤਰੇਗਾ ਤਾਂ ਉੱਥੇ ਪੰਜਾਬੀਆਂ ਦੀ ਗਿਣਤੀ ਇਤਨੀ ਕੁ ਹੋਵੇਗੀ ਜਿਤਨੀ ਲੁਧਿਆਣੇ ਦੇ ਸਟੇਸ਼ਨਾਂ 'ਤੇ ਹੁੰਦੀ ਹੈ। ਪਰ ਅਜਿਹਾ ਕੁਝ ਵੀ ਨਾ ਵਾਪਰਿਆ। ਅਮਰੀਕਾ ਵਿੱਚ ਸਭ ਧਰਮਾਂ ਦੇ ਭਾਰਤੀਆਂ ਨੇ ਆਪਣੇ ਆਪਣੇ ਧਾਰਮਿਕ ਸਥਾਨ ਬਣਾਏ ਹੋਏ ਹਨ, ਜਿੱਥੇ ਉਹ ਅਕਸਰ ਮਿਲਦੇ ਹਨ, ਲੜਦੇ ਝਗੜਦੇ ਹਨ ਅਤੇ ਲੜਨ ਝਗੜਨ ਰਾਹੀਂ ਆਪਣਾ ਮਨੋਰੰਜਨ ਕਰਦੇ ਹਨ। ਪੰਜਾਬੀਆਂ ਦੇ ਧਾਰਮਿਕ ਸਥਾਨ ਸ਼ਰਧਾ ਦੇ ਘੱਟ ਅਤੇ ਸਾੜੇ, ਈਰਖਾ ਅਤੇ ਲੜਾਈ ਝਗੜੇ ਦੇ ਵੱਧ ਸਥਾਨ ਹਨ। ਪੰਜਾਬੀਆਂ ਦੀ ਭਰਮਾਰ ਇਹਨਾਂ ਥਾਵਾਂ 'ਤੇ ਹੀ ਹੁੰਦੀ ਹੈ ਅਤੇ ਹੋਰ ਥਾਵਾਂ 'ਤੇ ਉਹ ਦਿਖਾਈ ਹੀ ਨਹੀਂ ਦਿੰਦੇ। ਭਾਵੇਂ ਪੰਜਾਬੀ 100 ਤੋਂ ਵੱਧ ਦੇਸ਼ਾਂ ਵਿੱਚ ਜਾ ਵਸੇ ਹਨ, ਪਰ ਉਹਨਾਂ ਦੇ ਮਨ ਭਾਉਂਦੇ ਟਿਕਾਣੇ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਹੀ ਹਨ। ਸੋ ਇਹਨਾਂ ਦੇਸ਼ਾਂ ਵਿੱਚ ਹੀ ਉਹਨਾਂ ਨੇ ਵਧੇਰੇ ਸਮੱਸਿਆਵਾਂ ਦਾ ਸਾਹਮਣਾ ਕੀਤਾ ਹੈ ਅਤੇ ਵਧੇਰੇ ਝਗੜੇ ਵੀ ਪੈਦਾ ਕੀਤੇ ਹਨ। ਪੰਜਾਬੀ ਥਾਈਲੈਂਡ, ਮਲਾਇਆ, ਸਿੰਗਾਪੁਰ, ਕੀਨੀਆ, ਹਾਲੈਂਡ, ਆਸਟ੍ਰੇਲੀਆ, ਸਵਿਟਜ਼ਰਲੈਂਡ, ਇਟਲੀ, ਜਰਮਨੀ, ਦੁਬਈ, ਸਵੀਡਨ, ਡੈਨਮਾਰਕ ਆਦਿ ਵਿੱਚ ਵੀ ਹਨ। ਪਰ ਇਹਨਾਂ ਦੇਸ਼ਾਂ ਵਿੱਚ ਇੱਕ ਤਾਂ ਉਹਨਾਂ ਦੀ ਗਿਣਤੀ ਵਰਣਨਯੋਗ ਨਹੀਂ, ਦੂਜੇ ਉਹ ਮਾਨਸਿਕ ਤੌਰ ਉੱਤੇ ਵਧੇਰੇ ਸੰਤੁਸ਼ਟ ਅਤੇ ਚੁੱਪ ਹਨ। ਅਮੀਰ ਪੰਜਾਬੀਆਂ ਦੀ ਗਿਣਤੀ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਵਿੱਚ ਹੀ ਕੀਤੀ ਜਾ ਸਕਦੀ ਹੈ ਅਤੇ ਇੱਥੇ ਹੀ ਉਹ ਵਧੇਰੇ ਸਫਲ ਹਨ। ਆਰੰਭ ਵਿੱਚ ਪੰਜਾਬੀ ਰੁਜ਼ਗਾਰ ਦੀ ਭਾਲ ਵਿੱਚ ਇਹਨਾਂ ਦੇਸ਼ਾਂ ਵਿੱਚ ਅੱਪੜੇ ਸਨ ਅਤੇ ਉਹਨਾਂ ਨੇ ਫੌਲਾਦ ਦੀਆਂ ਫੈਕਟਰੀਆਂ ਅਤੇ ਖੇਤਾਂ ਵਿੱਚ ਸਖਤ ਮਿਹਨਤ ਦੇ ਕੰਮਾਂ ਨੂੰ ਕਬੂਲਿਆ, ਫੇਰੀਆਂ ਲਾਈਆਂ, ਘਰ ਘਰ ਜਾ ਕੇ ਚੀਜ਼ਾਂ ਵੇਚੀਆਂ ਸਨ ਅਤੇ ਹੌਲੀ-ਹੌਲੀ ਹੋਰ ਕਿੱਤਿਆਂ ਵਿੱਚ ਪ੍ਰਵੇਸ਼ ਕੀਤਾ ਸੀ। ਦੁਨੀਆ ਭਰ ਵਿੱਚ ਫੈਲੇ ਹੋਣ ਦੇ ਪੱਖੋਂ ਮੈਨੂੰ ਚੀਨੀ ਵਧੇਰੇ ਸਫਲ ਪ੍ਰਤੀਤ ਹੋਏ ਹਨ। ਉਹ ਰੇਲ ਦੀਆਂ ਲਾਈਨਾਂ ਵਿਛਾਉਣ ਵਾਲੇ ਅਤੇ ਰਸੋਈਏ ਬਣ ਕੇ ਵਿਦੇਸ਼ਾਂ ਵਿੱਚ ਗਏ ਅਤੇ ਆਪਣੇ ਸਾਊ ਸੁਭਾਅ, ਮਿਹਨਤੀ ਬਿਰਤੀ, ਸਫਾਈ ਦੀ ਆਦਤ ਸਦਕਾ ਜਿੱਥੇ ਵੀ ਗਏ ਉੱਥੇ ਹੀ ਸਫਲ ਹੋਏ ਅਤੇ ਉਹਨਾਂ ਨੇ ਆਪਣੇ ਵੱਖਰੇ ਚੀਨੀ ਨਗਰ ਵਸਾ ਲਏ। ਚੀਨੀਆਂ ਦਾ ਸੰਸਾਰ ਵਿੱਚ ਸਭ ਥਾਵਾਂ 'ਤੇ ਸਤਿਕਾਰ ਹੈ, ਪਰ ਝਗੜਾਲੂ ਪੰਜਾਬੀ ਲਗਭਗ ਸਭਨੀ ਥਾਈਂ ਬਦਨਾਮ ਹਨ। ਜਦੋਂ ਵਿਦੇਸ਼ਾਂ ਵਿੱਚ ਗਏ ਪੰਜਾਬੀ ਪੌਂਡਾਂ ਅਤੇ ਡਾਲਰਾਂ ਨੂੰ ਰੁਪਇਆਂ ਨਾਲ ਜਰਬ ਕਰਦੇ ਹਨ ਤਾਂ ਉਹਨਾਂ ਨੂੰ ਬਚਪਨ ਵਿੱਚ ਯਾਦ ਕੀਤੇ ਪਹਾੜੇ ਹੀ ਸਭ ਤੋਂ ਵੱਧ ਲਾਭਕਾਰੀ ਗਿਆਨ ਪ੍ਰਤੀਤ ਹੁੰਦਾ ਹੈ, ਕਿਉਂਕਿ ਇਵੇਂ ਪੌਂਡਾਂ ਅਤੇ ਡਾਲਰਾਂ ਨੂੰ ਰੁਪਇਆਂ ਵਿੱਚ ਵਟਾ ਕੇ ਉਹਨਾਂ ਨੂੰ ਆਪਣੇ ਅਮੀਰ ਹੋਣ ਦਾ ਅਹਿਸਾਸ ਹੁੰਦਾ ਹੈ, ਜਦੋਂ ਕਿ ਸਥਾਨਕ ਲੋਕਾਂ ਦੀ ਹਾਲਤ ਨਾਲ ਆਪਣਾ ਟਾਕਰਾ ਕਰਕੇ ਉਹਨਾਂ ਨੂੰ ਆਪਣੀ ਗਰੀਬੀ ਦਾ ਹੀ ਅਹਿਸਾਸ ਨਹੀਂ ਹੁੰਦਾ, ਸਗੋਂ ਇਹ ਅਹਿਸਾਸ ਵੀ ਹੁੰਦਾ ਹੈ ਕਿ ਅੰਗਰੇਜ਼ਾਂ ਅਤੇ ਅਮਰੀਕਨਾਂ ਦੀ ਨਜ਼ਰ ਵਿੱਚ ਉਹ ਮਾਮੂਲੀ ਕਾਮੇ ਹੀ ਹਨ ਅਤੇ ਉਹ ਆਪਣੇ ਝਗੜਾਲੂ ਸੁਭਾਅ, ਸਫਾਈ ਦੀ ਘਾਟ ਆਦਿ ਕਾਰਨ ਉਹਨਾਂ ਦੀ ਨਫ਼ਰਤ ਦਾ ਸ਼ਿਕਾਰ ਵੀ ਹਨ। ਉਹ ਲੋਕ ਸਾਨੂੰ ਗੁਲਾਮ ਹਬਸ਼ੀਆਂ ਜਾਂ ਮੁਸਲਮਾਨਾਂ ਨਾਲ ਹੀ ਜੋੜਦੇ ਹਨ। ਅਸੀਂ ਜਿਤਨਾ ਮਰਜ਼ੀ ਰੋਸ ਪ੍ਰਗਟਾਈਏ, ਉਹਨਾਂ ਦੀ ਸੋਚ ਅਸੀਂ ਬਦਲ ਨਹੀਂ ਸਕਦੇ। ਇੰਗਲੈਂਡ ਵਿੱਚ ਕਈ ਪੰਜਾਬੀਆਂ ਨੂੰ ਵੇਖ ਕੇ ਤਾਂ ਮੈਨੂੰ ਇੰਜ ਲੱਗਦਾ ਹੈ ਜਿਵੇਂ ਉਹ ਭਾਰਤ ਵਿੱਚ ਅੰਗਰੇਜ਼ਾਂ ਦੀ ਲੰਮੀ ਗੁਲਾਮੀ ਤੋਂ ਅੱਕੇ ਨਹੀਂ ਸਨ ਅਤੇ ਉਹਨਾਂ ਦੀ ਹੋਰ ਗੁਲਾਮੀ ਕਰਨ ਲਈ ਉਹ ਉਹਨਾਂ ਦੇ ਹੀ ਦੇਸ਼ ਜਾ ਪਹੁੰਚੇ ਹਨ। ਉਹਨਾਂ ਦੀ ਹਾਲਤ ਉਹਨਾਂ ਪੰਜਾਬੀ ਫੌਜੀਆਂ ਵਾਲੀ ਹੋਈ ਹੈ ਜਿਹੜੇ ਮਹਾਰਾਜਾ ਰਣਜੀਤ ਸਿੰਘ ਉਪਰੰਤ ਅੰਗਰੇਜ਼ੀ ਫੌਜਾਂ ਉੱਤੇ ਇਸ ਇੱਛਾ ਨਾਲ ਹਮਲਾ ਕਰਨ ਗਏ ਸਨ ਕਿ ਉਹ ਅੰਗਰੇਜ਼ਾਂ ਨੂੰ ਮਾਰ ਕੇ ਉਹਨਾਂ ਦੀਆਂ ਮੇਮਾਂ ਚੁੱਕ ਲਿਆਉਣਗੇ। ਵਿਦੇਸ਼ਾਂ ਵਿੱਚ ਕਮਾਏ ਪੈਸੇ ਨਾਲ ਪੰਜਾਬੀ ਪੰਜਾਬ ਵਿੱਚ ਹੋਰ ਜ਼ਮੀਨਾਂ ਖਰੀਦਣ ਲੱਗੇ ਅਤੇ ਪੰਜਾਬ ਦੀਆਂ ਜ਼ਮੀਨਾਂ ਦੇ ਭਾਅ ਵੱਧ ਗਏ। ਜਵਾਨ ਉੱਧਰ ਤੁਰ ਗਏ ਅਤੇ ਬੁੱਢੇ ਮਾਪੇ ਪੁੱਤਰਾਂ ਨੂੰ ਉਡੀਕਦੇ ਮੁੱਕ ਗਏ। ਘਰਾਂ ਨੂੰ ਅਜਿਹੇ ਤਾਲੇ ਲੱਗੇ ਕਿ ਕਦੀ ਨਾ ਖੁੱਲ੍ਹੇ ਅਤੇ ਜ਼ਮੀਨਾਂ ਬੇਗਾਨਿਆਂ ਦੇ ਵੱਸ ਪੈ ਗਈਆਂ ਅਤੇ ਉਹਨਾਂ ਦਾ ਵਿਦੇਸ਼ਾਂ ਵਿੱਚ ਕਮਾਇਆ ਧਨ ਉਹਨਾਂ ਦੀਆਂ ਅੱਖਾਂ ਸਾਹਮਣੇ ਹੋਰਾਂ ਨੇ ਖੋਹ ਲਿਆ। ਇਹਨਾਂ ਵਰਤਾਰਿਆਂ ਵਿੱਚੋਂ ਉਪਜੀ ਉਦਾਸੀ ਅਤੇ ਮਾਯੂਸੀ ਨੇ ਉਹਨਾਂ ਨੂੰ ਸ਼ਰਾਬੀ ਬਣਾਇਆ। ਉਹ ਵਸਤਾਂ ਵਿੱਚੋਂ ਤਸੱਲੀ ਭਾਲਣ ਲੱਗੇ ਅਤੇ ਅੰਦਰੋਂ ਟੁੱਟਦੇ ਗਏ। ਉਹਨਾਂ ਦੀ ਹਾਲਤ ਇਸ ਕਰਕੇ ਵੀ ਤਰਸਯੋਗ ਸੀ ਕਿ ਉਹ ਸੋਚ ਦੇ ਪੱਖੋਂ ਪੂੰਜੀਵਾਦ ਦੇ ਵਿਰੋਧੀ ਸਨ, ਪਰ ਵਿਹਾਰ ਦੇ ਪੱਖੋਂ ਉਸ ਦੇ ਪ੍ਰਸ਼ੰਸਕ ਸਨ। ਉਹਨਾਂ ਨੇ ਤਲਵਾਰ ਵਾਲੇ ਹੱਥ ਵਿੱਚ ਢਾਲ ਅਤੇ ਢਾਲ ਵਾਲੇ ਹੱਥ ਵਿੱਚ ਤਲਵਾਰ ਫੜੀ ਹੋਈ ਹੈ, ਜਿਸ ਕਾਰਨ ਉਹ ਹਾਰੇ ਹੋਏ ਜੈਕਾਰੇ ਮਾਰਨ ਵਾਲੇ ਅਣਖੀ ਅਤੇ ਬਹਾਦਰ ਸੂਰਮੇ ਹਨ। ਇਹਨਾਂ ਪੰਜਾਬੀਆਂ ਦੀ ਹਾਲਤ ਉਸ ਵਿਅਕਤੀ ਵਾਲੀ ਹੈ ਜਿਹੜਾ ਇੱਕ ਹੱਥ ਨਾਲ ਦੋ ਹਦਵਾਣੇ ਚੁੱਕਣ ਦਾ ਯਤਨ ਕਰਦਾ ਹੈ। ਇੰਗਲੈਂਡ ਵਿੱਚ ਹਿੰਦੁਸਤਾਨੀਆਂ ਨੂੰ ਪਾਕਿਸਤਾਨੀ ਹੀ ਸਮਝਿਆ ਜਾਂਦਾ ਹੈ ਅਤੇ ਉਹਨਾਂ ਨੂੰ ਹਰਾਮੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ।
ਇੰਗਲੈਂਡ ਦਿਨੋਂ ਦਿਨ ਗਰੀਬ ਹੋ ਰਿਹਾ ਹੈ ਅਤੇ ਬੇਰੁਜ਼ਗਾਰੀ ਵੱਧ ਰਹੀ ਹੈ ਅਤੇ ਇਸ ਸਭ ਲਈ ਅੰਗਰੇਜ਼ ਏਸ਼ੀਆਈ ਲੋਕਾਂ ਨੂੰ ਕੋਸਦੇ ਹਨ। ਪੰਜਾਬ ਦੇ ਬਹੁਤ ਸਾਰੇ ਸਕੂਲ ਅਧਿਆਪਕ ਇੰਗਲੈਂਡ, ਕੈਨੇਡਾ ਆਦਿ ਪਹੁੰਚੇ ਹਨ। ਉਹ ਸਭ ਕੁਝ ਮਹਿਸੂਸ ਕਰਦੇ ਹਨ ਅਤੇ ਵਸ ਲੱਗੇ ਤਾਂ ਲਿਖਦੇ ਵੀ ਹਨ। ਉਹਨਾਂ ਦੀਆਂ ਕਵਿਤਾਵਾਂ, ਕਹਾਣੀਆਂ ਵਿੱਚ ਆਪਣੇ ਦੇਸ਼ ਦਾ ਹੇਰਵਾ ਝਲਕਦਾ ਹੈ। ਉਹ ਵਿਦੇਸ਼ਾਂ ਵਿੱਚ ਕੋਈ ਪ੍ਰਭਾਵਸ਼ਾਲੀ ਰੋਲ ਨਾ ਨਿਭਾ ਸਕਣ ਕਾਰਨ ਮਾਨਤਾ ਪ੍ਰਾਪਤੀ ਲਈ ਆਪਣੇ ਪਿੰਡ ਅਤੇ ਆਪਣੀ ਧਰਤੀ ਨੂੰ ਤਰਸਦੇ ਹਨ। ਉਹ ਲੰਘ ਗਏ ਜਾਂ ਸੁੱਕ ਗਏ ਦਰਿਆਵਾਂ ਵਿੱਚ ਮੁੜ ਟੁੱਬੀਆਂ ਲਾਉਣੀਆਂ ਲੋਚਦੇ ਹਨ। ਅਮਰੀਕਾ ਵਿੱਚ ਸਥਿਤੀ ਕੁਝ ਭਿੰਨ ਹੈ, ਪਰ ਮਨ ਦੀ ਹਾਲਤ ਇੱਕੋ ਜਿਹੀ ਹੈ। ਉੱਥੇ ਵੀ ਆਪਣੇ ਦੇਸ਼ ਲਈ ਉਦਰੇਵਾਂ ਹੈ। ਉੱਥੇ ਪੰਜਾਬੀਆਂ ਨੇ ਜਦੋਂ ਘਰ, ਕਾਰ ਅਤੇ ਹੋਰ ਵਸਤਾਂ ਉਸਾਰ ਲਈਆਂ ਤਾਂ ਉੱਥੋਂ ਦੀ ਆਰਥਿਕ ਪ੍ਰਣਾਲੀ ਨੇ ਉਹਨਾਂ ਨੂੰ ਆਪਣੇ ਉਸ ਕਲਾਵੇ ਵਿੱਚ ਲੈ ਲਿਆ ਜਿਹੜਾ ਕੁਝ ਚਿਰ ਮਗਰੋਂ ਕੈਦ ਭਸਣ ਲੱਗ ਪੈਂਦਾ ਹੈ। ਉਹ ਮਸ਼ੀਨੀ ਜ਼ਿੰਦਗੀ ਵਿੱਚ ਅਜਿਹੇ ਢੰਗ ਨਾਲ ਗਰਸੇ ਗਏ ਹਨ ਕਿ ਬਾਹਰ ਨਿਕਲਣ ਦਾ ਕੋਈ ਰਾਹ ਨਹੀਂ ਦਿਸਦਾ। ਕੱਚੇ ਭਾਰਤੀ ਘਰਾਂ ਵਿੱਚ ਰਹਿਣ ਵਾਲੇ ਪੰਜਾਬੀਆਂ ਨੇ ਉੱਥੇ ਜਦ ਪੱਕੇ ਘਰ ਖਰੀਦੇ ਅਤੇ ਜਦੋਂ ਵੱਡੇ ਬਿੱਲਾਂ ਦੀ ਅਦਾਇਗੀ ਆਰੰਭ ਹੋਈ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਨਵੇਂ ਘਰ ਤਾਂ ਪਹਿਲੇ ਘਰਾਂ ਨਾਲੋਂ ਵੀ ਵਧੇਰੇ ਕੱਚੇ ਹਨ। ਉਹ ਆਪਣੀਆਂ ਬੀਵੀਆਂ ਨੂੰ ਪਿਆਰ ਵੀ ਕਰਦੇ ਹਨ ਤਾਂ ਇੰਜ ਲੱਗਦਾ ਹੈ ਜਿਵੇਂ ਇੱਕ ਮਸ਼ੀਨ ਦੂਜੀ ਮਸ਼ੀਨ ਨਾਲ ਖੈਬੜ ਰਹੀ ਹੋਵੇ। ਉਹਨਾਂ ਦੀ ਹਾਲਤ ਘਰੋਂ ਦੌੜ ਕੇ ਆਏ ਮੁੰਡੇ ਕੁੜੀਆਂ ਵਾਲੀ ਹੈ। ਪੰਜਾਬੀਆਂ ਦੇ ਦੁਖਾਂਤ ਦਾ ਇੱਕ ਵੱਡਾ ਕਾਰਨ ਮੈਨੂੰ ਇਹ ਪ੍ਰਤੀਤ ਹੋਇਆ ਕਿ ਪੰਜਾਬੀ ਆਮ ਕਰਕੇ ਜਗੀਰਦਾਰੀ ਬਿਰਤੀ ਦੇ ਮਾਲਕ ਹਨ। ਜਦੋਂ ਕਿ ਉਹ ਵਸ ਰਹੇ ਹਨ ਅਤਿਅੰਤ ਵਿਕਸਿਤ ਪੂੰਜੀਵਾਦ ਸਮਾਜ ਵਿੱਚ, ਸੋ ਉਹਨਾਂ ਅੰਦਰ ਟੁੱਟ ਭੱਜ ਵਧੇਰੇ ਤੇਜ਼ੀ ਨਾਲ ਵਾਪਰ ਰਹੀ ਹੈ। ਔਖੇ, ਤੱਤੇ, ਗੰਦੇ ਅਤੇ ਭਾਰੇ ਕੰਮਾਂ ਨੇ ਉਹਨਾਂ ਨੂੰ ਪੈਸੇ ਵਿੱਚੋਂ ਤਸੱਲੀ ਲੱਭਣ ਲਈ ਮਜਬੂਰ ਕੀਤਾ ਹੈ। ਖਾਨਦਾਨ, ਕਿੱਤਾ, ਧਰਮ ਅਤੇ ਜਾਤ ਦੀ ਥਾਂ ਪੈਸਾ ਪ੍ਰਧਾਨ ਹੋ ਗਿਆ ਹੈ। ਪਰ ਨਾ ਉਹ ਆਪਣੀ ਜਾਤ ਭੁੱਲਦੇ ਹਨ, ਨਾ ਧਰਮ ਛੱਡਦੇ ਹਨ। ਇਵੇਂ ਉਹ ਪੂੰਜੀਵਾਦ ਰਜਵਾੜਿਆਂ ਵਾਂਗ ਵਿਚਰਨ ਲੱਗ ਪਏ ਹਨ। ਅਮਰੀਕਾ ਵਿੱਚ ਵੱਸਦੇ ਪੰਜਾਬੀ ਜਾਤ-ਪਾਤ ਪ੍ਰਤੀ ਵਧੇਰੇ ਸੁਚੇਤ ਹਨ। ਜਿਨ੍ਹਾਂ ਤੋਂ ਉਹ ਮਾਨਤਾ ਭਾਲਦੇ ਹਨ ਉਹਨਾਂ ਤੋਂ ਉਹਨਾਂ ਨੂੰ ਖੁੱਲ੍ਹੀ ਅਤੇ ਖਾਲਸ ਨਿੰਦਾ ਹੀ ਪ੍ਰਾਪਤ ਹੁੰਦੀ ਹੈ। ਜਦੋਂ ਵਿਅਕਤੀ ਜਵਾਨ ਹੁੰਦਾ ਹੈ ਜਾਂ ਵਿਦਿਆਰਥੀ ਵਾਲੀ ਉਮਰ ਵਿੱਚ ਹੁੰਦਾ ਹੈ ਤਾਂ ਉਹ ਹੋਸਟਲ ਵਿੱਚ ਰਹਿਣਾ ਪ੍ਰਵਾਨ ਕਰਦਾ ਹੈ। ਆਰੰਭ ਵਿੱਚ ਉਸ ਨੂੰ ਹੋਸਟਲ ਦੇ ਜੀਵਨ ਵਿਚਲੀਆਂ ਖੁੱਲ੍ਹਾਂ ਦਾ ਪਤਾ ਲੱਗਦਾ ਹੈ, ਪਰ ਕੁਝ ਅਰਸੇ ਮਗਰੋਂ ਹੀ ਉਸ ਦੇ ਮਨ ਵਿੱਚ ਇੱਛਾ ਪੈਦਾ ਹੁੰਦੀ ਹੈ ਕਿ ਉਸ ਦਾ ਆਪਣਾ ਚੁੱਲ੍ਹਾ ਹੋਵੇ ਤੇ ਆਪਣਾ ਘਰ ਹੋਵੇ। ਬੇਗਾਨੀਆਂ ਥਾਵਾਂ ਉੱਤੇ ਕੁਝ ਦਿਨ ਘੁੰਮਣ ਉਪਰੰਤ ਹੀ ਅਕੇਵਾਂ ਮਹਿਸੂਸ ਹੋਣ ਲੱਗ ਪੈਂਦਾ ਹੈ, ਜਦੋਂ ਕਿ ਆਪਣੇ ਛੋਟੇ ਜਿਹੇ ਪਿੰਡ ਜਾਂ ਸ਼ਹਿਰ ਦੀਆਂ ਨਿੱਕੀਆਂ ਤੰਗ ਗਲੀਆਂ ਨੂੰ ਹਜ਼ਾਰਾਂ ਵਾਰੀ ਕੱਛਦਿਆਂ ਵੀ ਅਸੀਂ ਨਹੀਂ ਥੱਕਦੇ। ਵਿਦੇਸ਼ਾਂ ਵਿੱਚ ਮੈਂ ਅਨੇਕਾਂ ਇਸਤਰੀਆਂ ਨੂੰ ਮਿਲਿਆ, ਪਰ ਤਸੱਲੀ ਮੈਨੂੰ ਆਪਣੀ ਪਤਨੀ ਦੀ ਯਾਦ ਵਿੱਚੋਂ ਹੀ ਮਿਲੀ ਅਤੇ ਅਮਰੀਕਾ ਦੀਆਂ ਇਸਤਰੀਆਂ ਮੈਨੂੰ ਪਲਾਸਟਿਕ ਦੀਆਂ ਗੁੱਡੀਆਂ ਪ੍ਰਤੀਤ ਹੋਈਆਂ, ਸੱਜੀਆਂ ਸੋਹਣੀਆਂ ਪਰ ਨਿੱਘ ਅਤੇ ਮੋਹ ਤੋਂ ਖਾਲੀ। ਆਰੰਭ ਵਿੱਚ ਮੈਨੂੰ ਸਭ ਕੁਝ ਚੰਗਾ ਸੋਹਣਾ ਲੱਗਾ, ਪਰ ਮੈਨੂੰ ਜਲਦੀ ਹੀ ਮਹਿਸੂਸ ਹੋਇਆ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦਾ ਹਾਸਾ ਬਹੁਤਾ ਲੰਮਾ ਨਹੀਂ ਅਤੇ ਉਹ ਹਾਸਾ ਸੁਭਾਵਕ ਵੀ ਨਹੀਂ। ਮੈਂ ਉਹਨਾਂ ਨੂੰ ਅਤੇ ਉਹਨਾਂ ਦੇ ਵਾਤਾਵਰਣ ਨੂੰ ਉਸ ਧਿਆਨ ਨਾਲ ਵੇਖਣਾ ਸ਼ੁਰੂ ਕੀਤਾ ਜਿਸ ਧਿਆਨ ਨਾਲ ਕੋਈ ਦਰਜੀ ਸੂਈ ਵਿੱਚ ਧਾਗਾ ਪਾਉਂਦਾ ਹੈ। ਤਵੀਤ ਅਤੇ ਝੰਡੇ ਵਿੱਚ ਅੰਤਰ ਇਹ ਹੁੰਦਾ ਹੈ ਕਿ ਤਵੀਤ ਲੁਕੋ ਕੇ ਰੱਖਣਾ ਹੁੰਦਾ ਹੈ, ਜਦੋਂ ਕਿ ਝੰਡਾ ਉੱਚੇ ਤੋਂ ਉੱਚਾ ਲਹਿਰਾਉਣਾ ਹੁੰਦਾ ਹੈ। ਮੈਨੂੰ ਉਹਨਾਂ ਦਾ ਝੰਡਾ ਤਾਂ ਦਿਸਦਾ ਸੀ, ਪਰ ਉਹਨਾਂ ਦਾ ਤਵੀਤ ਮੇਰੇ ਤੋਂ ਲੁਕਿਆ ਹੋਇਆ ਸੀ। ਸੋ ਮੈਂ ਫੈਸਲਾ ਕੀਤਾ ਕਿ ਮੈਂ ਉਹਨਾਂ ਦੇ ਤਵੀਤ ਵੀ ਵੇਖਾਂਗਾ। ਮੈਂ ਸੰਗਾਊ ਪ੍ਰੇਮੀ ਦੀ ਥਾਂ ਦਲੇਰ ਤਜਰਬੇਕਾਰ ਪਤੀ ਵਜੋਂ ਵਿਚਰਨ ਦਾ ਫੈਸਲਾ ਕੀਤਾ ਅਤੇ ਸੁਰਮੇ ਵਾਲੀਆਂ ਆਪਣੀਆਂ ਅੱਖਾਂ ਧੋ ਦਿੱਤੀਆਂ ਤਾਂ ਕਿ ਮੈਂ ਜੋ ਕੁਝ ਵੀ ਵੇਖਾਂ ਉਹ ਮੈਨੂੰ ਸਾਫ਼ ਦਿਖਾਈ ਦੇਵੇ। ਪੰਜਾਬੀ ਹੋਣ ਦੇ ਨਾਤੇ ਮੈਂ ਬਹੁਤਾ ਪੰਜਾਬੀਆਂ ਦੇ ਘਰਾਂ ਵਿੱਚ ਹੀ ਰਿਹਾ। ਇਹਨਾਂ ਘਰਾਂ ਵਿੱਚ ਰਹਿੰਦਿਆਂ ਮੈਨੂੰ ਆਪਣੇ ਲੋਕਾਂ ਦੇ ਜੀਵਨ ਅੰਦਰ ਝਾਤ ਮਾਰਨ ਦਾ ਅਵਸਰ ਮਿਲਿਆ। ਮੇਰੀ ਦਿਲੀ ਭਾਵਨਾ ਇਹ ਰਹੀ ਹੈ ਕਿ ਸਾਰੇ ਭਾਰਤ ਵਾਸੀ ਖੁਸ਼ਹਾਲ ਹੋਣ। ਮੈਂ ਪੰਜਾਬੀਆਂ ਨੂੰ ਹਰ ਥਾਂ ਖੁਸ਼ਹਾਲ ਵੇਖਣਾ ਚਾਹੁੰਦਾ ਹਾਂ। ਪੰਜਾਬੀ ਆਮ ਕਰਕੇ ਖੁਸ਼ਹਾਲ ਹਨ। ਜਿਹੜੀਆਂ ਚੀਜ਼ਾਂ ਵਸਤਾਂ ਇੱਥੇ ਭਾਰਤ ਵਿੱਚ ਮਹਾਰਾਜਿਆਂ ਕੋਲ ਵੀ ਨਹੀਂ, ਉਹ ਉੱਥੇ ਆਮ ਪੰਜਾਬੀਆਂ ਕੋਲ ਹਨ। ਚੀਜ਼ਾਂ ਵਸਤਾਂ ਦੇ ਪੱਖੋਂ ਉਹਨਾਂ ਦੀ ਹਰ ਇੱਛਾ ਲਗਭਗ ਪੂਰੀ ਹੋ ਜਾਂਦੀ ਹੈ, ਪਰ ਉਹ ਅੰਦਰੋਂ ਖੁਸ਼ ਨਹੀਂ। ਜੇਕਰ ਉਹਨਾਂ ਦੇ ਬਸੰਤ ਬਾਹਰੀ ਬਗੀਚਿਆਂ ਦੇ ਪਿੱਛੇ ਵੇਖਿਆ ਜਾਵੇ ਤਾਂ ਉਦਾਸੀ ਭਰੀ ਪਤਝੜ ਸਹਿਜੇ ਹੀ ਵਿਖਾਈ ਦੇਣ ਲੱਗ ਪੈਂਦੀ ਹੈ। ਅਮਰੀਕਾ ਵਿੱਚ ਰਹਿੰਦਿਆਂ ਜਿਸ ਨੂੰ ਜਿਤਨੇ ਵਧੇਰੇ ਵਰੇ ਹੋਏ ਹਨ ਉਹ ਉਤਨਾ ਵਧੇਰੇ ਉਦਾਸ ਹੈ। ਇਸ ਉਦਾਸੀ ਨੂੰ ਲੁਕਾਉਣ, ਭੁਲਾਉਣ ਅਤੇ ਟਾਲਣ ਦੇ ਵੀ ਅਨੇਕਾਂ ਸਾਧਨ ਹਨ ਜਿਹੜੇ ਵਰਤੇ ਜਾ ਰਹੇ ਹਨ, ਪਰ ਉਹਨਾਂ ਦੀ ਹਾਲਤ ਉਸ ਇਸਤਰੀ ਵਾਲੀ ਹੈ ਜਿਸ ਦੇ ਗਹਿਣਿਆਂ ਦੀ ਦੂਜੇ ਪ੍ਰਸ਼ੰਸਾ ਕਰਦੇ ਹਨ, ਪਰ ਉਸ ਨੂੰ ਆਪ ਨੂੰ ਪਤਾ ਹੈ ਕਿ ਇਹ ਗਹਿਣੇ ਨਕਲੀ ਹਨ। ਇਹ ਗੱਲ ਉਹਨਾਂ ਲੋਕਾਂ ਨੂੰ ਮਿਲ ਕੇ ਹੀ ਸਮਝ ਆਉਂਦੀ ਹੈ ਕਿ ਆਪਣਾ ਸੱਭਿਆਚਾਰ ਕੀ ਹੁੰਦਾ ਹੈ। ਨਿਰਸੰਦੇਹ ਉਹਨਾਂ ਦੇ ਸਰੀਰ ਰੱਜੇ ਹੋਏ ਹਨ, ਪਰ ਉਹਨਾਂ ਦੀਆਂ ਆਤਮਾਵਾਂ ਭਟਕ ਰਹੀਆਂ ਹਨ ਜਿਵੇਂ ਕੁਝ ਲੱਭ ਰਹੀਆਂ ਹੋਣ। ਉਹਨਾਂ ਕੋਲ ਤੇਜ਼ ਰਫ਼ਤਾਰ ਕਾਰਾਂ ਹਨ, ਪਰ ਕੋਈ ਮੰਜ਼ਿਲ ਨਹੀਂ।
ਆਪਣੀ ਸਮੁੱਚੀ ਯਾਤਰਾ ਵਿੱਚ ਆਪਣੇ ਦੋਸਤਾਂ ਮਿੱਤਰਾਂ ਤੋਂ ਇਲਾਵਾ ਮੈਨੂੰ ਕੇਵਲ 2 ਵਿਅਕਤੀ ਮਿਲੇ ਜਿਨ੍ਹਾਂ ਨੇ ਆਪਣੇ ਮਨ ਦੀ ਹਾਲਤ ਨੂੰ ਬਿਨਾਂ ਪਲੇਥਣ ਲਾਏ ਬਿਆਨ ਕੀਤਾ। ਉਹਨਾਂ ਦੇ ਵਿਜੋਗੇ ਹੋਏ ਚਿਹਰੇ ਅਜੇ ਵੀ ਮੇਰੀਆਂ ਅੱਖਾਂ ਅੱਗੇ ਤਰ ਰਹੇ ਹਨ। ਉਹਨਾਂ ਦੀਆਂ ਅੱਖਾਂ ਵਿੱਚ ਤਰਦੇ ਅਥਰੂ ਅੱਜ ਵੀ ਮੈਨੂੰ ਬੇਚੈਨ ਕਰਦੇ ਹਨ। ਮੈਂ ਯੂਰਪ ਅਤੇ ਅਮਰੀਕਾ ਦੀ ਸੈਰ ਤੇ ਖੁਸ਼ ਹੋਣ ਲਈ ਗਿਆ ਸਾਂ। ਮੇਰੀ ਝੋਲੀ ਭਾਵੇਂ ਨਵੇਂ ਅਨੁਭਵਾਂ ਨਾਲ ਭਰੀ ਗਈ ਹੈ, ਪਰ ਸਮੁੱਚੇ ਤੌਰ ਉੱਤੇ ਮੈਂ ਉਦਾਸ ਹੋ ਕੇ ਮੁੜਿਆ ਹਾਂ। ਮੈਨੂੰ ਪਹਿਲਾਂ ਵੀ ਆਪਣਾ ਦੇਸ਼ ਬੜਾ ਗਰੀਬ ਲੱਗਦਾ ਸੀ, ਪਰ ਬਾਹਰ ਗਏ ਲੋਕਾਂ ਨੂੰ ਵੇਖ ਕੇ ਹੁਣ ਤਾਂ ਇਹ ਇਤਨਾ ਗਰੀਬ ਲੱਗਦਾ ਹੈ ਕਿ ਮੈਨੂੰ ਕਿਸੇ ਵੀ ਚੀਜ਼ ਦਾ ਮਾਣ ਨਹੀਂ ਰਿਹਾ। ਮੈਨੂੰ ਉਦਾਸੀ ਇਸ ਗੱਲ ਦੀ ਹੈ ਕਿ ਜਿਹੜੇ ਇਸ ਦੀ ਗਰੀਬੀ ਨੂੰ ਆਪਣੀ ਅਮੀਰੀ ਵਿੱਚ ਪਲਟਾਉਣ ਗਏ ਸਨ, ਉਹ ਤਾਂ ਉੱਥੇ ਗਵਾਚ ਗਏ ਹਨ। ਮੈਂ ਵੀ ਗਵਾਚ ਗਿਆ ਹਾਂ ਤੇ ਆਪਣੇ ਆਪ ਨੂੰ ਲੱਭ ਰਿਹਾ ਹਾਂ। ਉਹ ਵਾਪਸ ਮੁੜਨਾ ਚਾਹੁੰਦੇ ਹਨ, ਪਰ ਫਾਸਲਾ ਬਹੁਤ ਲੰਮਾ ਹੈ ਅਤੇ ਉਹਨਾਂ ਨੂੰ ਆਪ ਵੀ ਮਹਿਸੂਸ ਹੁੰਦਾ ਹੈ ਕਿ ਉਹ ਰਾਹ ਭੁੱਲ ਗਏ ਹਨ। ਸੱਚ ਤਾਂ ਇਹ ਹੈ ਕਿ ਉਹ ਆਪਣੇ ਆਪ ਨੂੰ ਲੱਭ ਰਹੇ ਹਨ। ਉਹ ਆਸ ਲਾਈ ਬੈਠੇ ਹਨ ਕਿ ਕੁਝ ਨਾ ਕੁਝ ਅਜਿਹਾ ਵਾਪਰ ਜਾਵੇਗਾ ਕਿ ਸਭ ਕੁਝ ਠੀਕ ਹੋ ਜਾਵੇਗਾ, ਪਰ ਉਹ ਜਾਣਦੇ ਹਨ ਕਿ ਅਜਿਹਾ ਕੁਝ ਵੀ ਕਦੇ ਨਹੀਂ ਵਾਪਰੇਗਾ। ਮਰੀ ਹੋਈ ਮਾਂ ਦੀ ਬੁੱਕਲ ਵਿੱਚ ਨਹੀਂ ਮੁੜਿਆ ਜਾ ਸਕਦਾ। ਉਹਨਾਂ ਕੋਲ ਅੱਗੇ ਜਾਣ ਦਾ ਰਸਤਾ ਤਾਂ ਹੈ, ਪਿੱਛੇ ਮੁੜਨ ਲਈ ਹਿੰਮਤ ਨਹੀਂ। ਉਹ ਭਰੇ ਪਰਿਵਾਰਾਂ ਨੂੰ ਛੱਡ ਕੇ ਗਏ ਸਨ, ਪਰ ਉਹਨਾਂ ਦੀਆਂ ਮਾਵਾਂ ਉਹਨਾਂ ਨੂੰ ਉਡੀਕਦੀਆਂ ਪਿੱਛੇ ਮੁੜ ਗਈਆਂ ਹਨ। ਉਹਨਾਂ ਨੇ ਆਪਣੇ ਪਿਓਾਂ ਦੀਆਂ ਅੱਖਾਂ ਦੇ ਆਪਰੇਸ਼ਨਾਂ ਲਈ ਪੈਸੇ ਭੇਜੇ ਸਨ। ਉਹਨਾਂ ਦੀ ਜੋਤ ਤਾਂ ਮੁੜ ਆਈ ਹੈ, ਪਰ ਉਹਨਾਂ ਨੂੰ ਕੁਝ ਵੀ ਵਿਖਾਈ ਨਹੀਂ ਦਿੰਦਾ। ਜਦੋਂ ਉਹ ਆਉਣਗੇ ਤਾਂ ਉਹਨਾਂ ਦੇ ਭਾਣਜੇ ਭਤੀਜੇ ਉਹਨਾਂ ਨੂੰ ਇੱਕ ਵਿੱਥ ਉੱਤੇ ਖੜੋ ਕੇ ਹੀ ਵੇਖਣਗੇ। ਇਹ ਵਿੱਥ ਤੇਜ਼ ਤੋਂ ਤੇਜ਼ ਜਹਾਜ਼ ਵੀ ਨਹੀਂ ਲੰਘ ਸਕਦੇ। ਉਹਨਾਂ ਦੀ ਹਾਲਤ ਅੱਖ ਵਿੱਚ ਰੁਕੇ ਅਥਰੂ ਵਾਲੀ ਹੈ। ਉਹਨਾਂ ਦੀ ਹਾਲਤ ਮਾਲ ਰੋਡ ਉੱਤੇ ਇਕੱਲੇ ਜਾਂਦੇ ਯਾਤਰੂ ਵਾਲੀ ਹੈ। ਅਮਰੀਕੀ ਸੱਭਿਆਚਾਰ ਇਤਨਾ ਸ਼ਕਤੀਸ਼ਾਲੀ ਹੈ ਕਿ ਇਹ ਇੱਕ ਵਾਰੀ ਬੰਦੇ ਨੂੰ ਪੂਰੀ ਤਰ੍ਹਾਂ ਭੰਨ ਤੋੜ ਕੇ ਉਸ ਨੂੰ ਆਪਣੇ ਅਨੁਸਾਰ ਜ਼ਰੂਰ ਢਾਲਦਾ ਹੈ। ਅਮਰੀਕੀ ਸੱਭਿਆਚਾਰ ਕੁੱਕੜ ਵਾਂਗ ਪਹਿਲਾਂ ਤੁਹਾਨੂੰ ਆਪਣੇ ਦਾਣੇ ਵਾਂਗ ਖਿਲਾਰ ਲੈਂਦਾ ਹੈ, ਫਿਰ ਤੁਹਾਨੂੰ ਚੁਗਦਾ ਹੈ। ਮੋਟੀ ਅਗਲ ਅਤੇ ਮੋਟੀ ਚਮੜੀ ਵਾਲੇ ਪੰਜਾਬੀ ਉੱਥੇ ਬਹੁਤ ਖੁਸ਼ ਹਨ। ਦੂਜਿਆਂ ਨਾਲੋਂ ਉਹਨਾਂ ਦਾ ਅੰਤਰ ਇਹ ਹੈ ਕਿ ਉਹ ਕੁਝ ਦੇਰ ਮਗਰੋਂ ਪਛਤਾਉਣਗੇ, ਪਰ ਉਹ ਪਛਤਾਉਣਗੇ ਜ਼ਰੂਰ। ਸ਼ੁਰੂ ਵਿੱਚ ਸਾਰੇ ਹੀ ਬੜੀਆਂ ਜਸ਼ੀਲੀਆਂ ਚਿੱਠੀਆਂ ਲਿਖਦੇ ਹਨ, ਰੰਗਦਾਰ ਫੋਟੋਆਂ ਵੀ ਭੇਜਦੇ ਹਨ, ਪਰ ਜਿਉਂ ਹੀ ਉਹ ਫੈਲਣ ਲੱਗਦੇ ਹਨ ਤਾਂ ਆਲੇ ਦੁਆਲੇ ਤੋਂ ਹੁਜਕੇ ਲੱਗਣ ਲੱਗ ਪੈਂਦੇ ਹਨ। ਉਹ ਕੱਟੇ ਹੋਏ ਪਰਾਂ ਵਾਲੇ ਪੰਛੀ ਹੋ ਨਿਬੜਦੇ ਹਨ। ਅਮਰੀਕਾ ਬੜਾ ਡਾਢਾ ਮੁਲਕ ਹੈ। ਅਮਰੀਕਾ ਬੜਾ ਬੇਰਹਿਮ ਮੁਲਕ ਹੈ। ਅਮਰੀਕਾ ਬੜਾ ਨਿਰਮੋਹੀ ਦੇਸ਼ ਹੈ। ਅਮਰੀਕਾ ਪਹਿਲਾਂ ਭਰਮਾਉਂਦਾ ਹੈ, ਫਿਰ ਕੁਚਲਦਾ ਹੈ। ਅਮਰੀਕਾ ਵਿੱਚੋਂ ਆਪਣੇ ਵਤਨ ਵਾਲੀ ਸੁਗੰਧ ਨਹੀਂ ਆਉਂਦੀ। ਹਰ ਪੰਜਾਬੀ ਅਤੇ ਭਾਰਤੀ ਨੂੰ ਅਮਰੀਕਾ ਵਿੱਚ ਆਰੰਭ ਦੇ ਕੁਝ ਵਰ੍ਹੇ ਚਰਖੜੀ ਤੇ ਚੜ੍ਹਨਾ ਪੈਂਦਾ ਹੈ। ਜਦੋਂ ਉਹ ਕੁਝ ਸੁਖਾਲਾ ਹੁੰਦਾ ਹੈ, ਉਦੋਂ ਹੀ ਪਤੀ ਪਤਨੀ ਵਿਚਕਾਰ ਸੰਬੰਧ ਵਿਗੜਨੇ ਆਰੰਭ ਹੋ ਜਾਂਦੇ ਹਨ। ਬਹੁਤ ਘੱਟ ਘਰ ਹਨ ਜਿੱਥੇ ਪਤੀ ਪਤਨੀ ਵਿਚਕਾਰ ਸੰਬੰਧ ਸੁਖਾਵੇਂ ਹਨ। ਬਹੁਤ ਘੱਟ ਘਰ ਹਨ ਜਿੱਥੇ ਸੱਸ ਸਹੁਰੇ ਦੀ ਪ੍ਰਸ਼ੰਸਾ ਹੁੰਦੀ ਹੈ। ਆਮ ਕਰਕੇ ਪਤਨੀਆਂ ਨੇ ਆਪਣੇ ਪਤੀ ਤਬਲੇ ਵਾਂਗ ਕੱਸੇ ਹੋਏ ਹਨ ਅਤੇ ਆਪਣੀ ਪਤਨੀ ਦਾ ਮਨ ਚਾਹਿਆ ਰਾਗ ਹੀ ਅਲਾਪਦੇ ਹਨ। ਕੇਵਲ ਜੱਦੋ ਜਹਿਦ ਦੇ ਵਰ੍ਹਿਆਂ ਵਿੱਚ ਹੀ ਪਤੀ ਪਤਨੀ ਇੱਕ ਬੋਲੀ ਬੋਲਦੇ ਹਨ। ਜਦੋਂ ਪੰਜਾਬੀ ਆਪਣੀ ਸਖਤ ਮਿਹਨਤ ਨਾਲ ਕੁਝ ਸੁਖਾਲੇ ਹੁੰਦੇ ਹਨ ਤਾਂ ਉਹ ਦਿਖਾਵੇ ਦੇ ਰੋਗ ਦਾ ਸ਼ਿਕਾਰ ਹੋ ਜਾਂਦੇ ਹਨ। ਰਿਸ਼ਤੇਦਾਰਾਂ ਵੱਲੋਂ ਉਧਰ ਬੁਲਾਏ ਜਾਣ ਦੀ ਮੰਗ ਜ਼ੋਰ ਫੜਦੀ ਹੈ। ਉਹ ਉਧਰ ਬੈਠੇ ਹੁੰਦੇ ਹਨ, ਰਿਸ਼ਤੇਦਾਰ ਇੱਧਰ ਆਪਸ ਵਿੱਚ ਲੜਨ ਲੱਗ ਪੈਂਦੇ ਹਨ। ਇਸ ਨੁਕਤੇ ਉੱਤੇ ਪਤੀ ਪਤਨੀ ਵਿਚਕਾਰ ਤੇਰੇ ਮੇਰੇ ਦਾ ਤਕਰਾਰ ਹੁੰਦਾ ਹੈ। ਸਮੁੱਚੇ ਤੌਰ ਉੱਤੇ ਅਮਰੀਕਾ ਵਿੱਚ ਪੁਰਸ਼ਾਂ ਦੇ ਮੁਕਾਬਲੇ ਇਸਤਰੀਆਂ ਦੀ ਸਥਿਤੀ ਵਧੇਰੇ ਮਜ਼ਬੂਤ ਹੈ। ਪੰਜਾਬੀ ਟੱਬਰਾਂ ਵਿੱਚ ਵੀ ਇੰਜ ਹੀ ਵਾਪਰਦਾ ਹੈ। ਅਮਰੀਕਾ ਦੀਆਂ ਵਾਸੀ ਬਣੀਆਂ ਲਗਭਗ ਅਨਪੜ੍ਹ ਪੰਜਾਬੀ ਕੁੜੀਆਂ ਇੱਧਰ ਦੇ ਡਾਕਟਰਾਂ ਇੰਜੀਨੀਅਰਾਂ ਨੂੰ ਵਿਆਹ ਕੇ ਉੱਧਰ ਲੈ ਜਾਂਦੀਆਂ ਹਨ। ਇਵੇਂ ਹੀ ਅਮਰੀਕਾ ਦੇ ਵਾਸੀ ਬਣੇ ਮਜ਼ਦੂਰੀ ਕਰਦੇ ਲਗਭਗ ਅਨਪੜ੍ਹ ਪੰਜਾਬੀ ਮੁੰਡੇ ਇੱਧਰ ਦੀਆਂ ਚੰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਵਿਆਹ ਕੇ ਲੈ ਜਾਂਦੇ ਹਨ। ਜਦੋਂ ਬੁਨਿਆਦ ਵਿੱਚ ਹੀ ਦ੍ਰਿਸ਼ਟੀਕੋਣ ਦੀ ਟੇਢ ਅਤੇ ਮਾਨਸਿਕ ਅਸਾਵਾਂਪਣ ਹੋਵੇ ਤਾਂ ਝਗੜੇ ਉਪਜਦਿਆਂ ਦੇਰ ਨਹੀਂ ਲੱਗਦੀ। ਇਹ ਰਿਸ਼ਤੇ ਸੁਖਾਵੇਂ ਨਹੀਂ, ਇਹ ਰਿਸ਼ਤੇ ਸੁਖਾਵੇਂ ਹੋ ਹੀ ਨਹੀਂ ਸਕਦੇ। ਬੜੇ ਸੋਹਣੇ ਘਰਾਂ ਵਿੱਚ ਇਹ ਜੋੜੇ ਖਹਿਬੜਦੇ ਹਨ, ਝਗੜਦੇ ਹਨ ਅਤੇ ਇੱਕ ਦੂਜੇ ਉੱਤੇ ਤਹਮਤਾਂ ਲਾਉਂਦੇ ਹਨ। ਕੁਝ ਦਿਨਾਂ ਦੇ ਤਕਰਾਰ ਮਗਰੋਂ ਉਹ ਫਿਰ ਦੋਸਤੀ ਦਾ ਹੱਥ ਵਧਾਉਂਦੇ ਹਨ ਅਤੇ ਅਚਾਨਕ ਫਿਰ ਲੜਨ ਲੱਗ ਪੈਂਦੇ ਹਨ। ਤਰਸ ਤਾਂ ਉਹਨਾਂ ਦੇ ਆਉਂਦਾ ਹੈ ਜਿਹੜੇ ਉੱਥੇ ਅਣਵਿਆਹੇ ਸਾਥ ਵੀ ਨਿਭਾਉਂਦੇ ਹਨ ਅਤੇ ਆਪਣੇ ਮਾਪਿਆਂ ਦੀ ਖੁਸ਼ੀ ਲਈ ਇੱਧਰ ਵਿਆਹ ਕਰਕੇ ਨੂੰਹ ਰਾਣੀ ਨੂੰ ਜੋੜਾਂ ਅਤੇ ਦਮੇ ਦੇ ਮਰੀਜ਼ ਆਪਣੇ ਮਾਪਿਆਂ ਦੀ ਸੇਵਾ ਵਿੱਚ ਅਰਪਣ ਕਰ ਜਾਂਦੇ ਹਨ। ਇਹ ਘੁੱਗੀਆਂ ਤੂੰ ਆਰ 94 ਮੈਂ ਪਾਰ 94 ਗਾਉਂਦੀਆਂ ਆਪਣੇ ਕੰਤਾਂ ਨੂੰ ਉਡੀਕਦੀਆਂ ਘੀਏ ਤੋਂ ਕਰੇਲਾ ਬਣ ਜਾਂਦੀਆਂ ਹਨ। ਕਿਸਮਤ ਆਪੋ ਆਪਣੀ, ਹਰ ਕਿਸੇ ਨੂੰ ਭਾਣਾ ਮੰਨਣਾ ਪੈਂਦਾ ਹੈ। ਅਮਰੀਕਾ ਵਿੱਚ ਸਮੁੱਚਾ ਮਾਹੌਲ ਇਸ ਪ੍ਰਕਾਰ ਦਾ ਹੈ ਕਿ ਕਿਸੇ ਨੂੰ ਕਿਸੇ ਦੀ ਪਰਵਾਹ ਨਹੀਂ।
ਤਲਾਕ ਦਾ ਕਾਨੂੰਨ ਇਸਤਰੀ ਦੇ ਪੱਖ ਵਿੱਚ ਹੈ ਅਤੇ ਤਲਾਕ ਦੀ ਧਮਕੀ ਅਕਸਰ ਇਸਤਰੀ ਦਿੰਦੀ ਹੈ ਅਤੇ ਇਹ ਧਮਕੀ ਦਿਨ ਵਿੱਚ ਕਈ ਵਾਰ ਦਿੱਤੀ ਜਾਂਦੀ ਹੈ। ਜਿੱਥੇ ਇਸਤਰੀ ਪੁਰਸ਼ ਨਾਲੋਂ ਵਧੇਰੇ ਕਮਾਉਂਦੀ ਹੈ, ਉੱਥੇ ਪਤਨੀ ਬੈਠ ਕੇ ਹੁਕਮ ਦਿੰਦੀ ਹੈ ਤੇ ਪਤੀ ਖਲੋ ਕੇ ਸੁਣਦਾ ਹੈ। ਪਤਨੀਆਂ ਹੌਲੀ-ਹੌਲੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਆਪਣੇ ਘਰਾਂ ਦੇ ਨੇੜੇ-ਤੇੜੇ ਟਿਕਾ ਲੈਂਦੀਆਂ ਹਨ ਅਤੇ ਪਤੀ ਦੇ ਰਿਸ਼ਤੇਦਾਰਾਂ ਨੂੰ ਇਵੇਂ ਵੇਖਦੀਆਂ ਹਨ ਜਿਵੇਂ ਝਟਕਈ ਬੱਕਰੀ ਨੂੰ ਵੇਖਦਾ ਹੈ। ਅਜਿਹੇ ਪਤੀ ਆਪਣੇ ਮਾਪਿਆਂ ਨਾਲੋਂ ਟੁੱਟ ਜਾਂਦੇ ਹਨ, ਭੈਣ ਭਰਾਵਾਂ ਤੋਂ ਦੂਰ ਹੋ ਜਾਂਦੇ ਹਨ। ਇਹ ਪਿੱਛੇ ਕਿਸੇ ਦੇ ਜੰਮੇ ਮਰੇ ਤੇ ਚਿੱਠੀ ਪੱਤਰ ਵੀ ਨਹੀਂ ਲਿਖ ਸਕਦੇ। ਸਭ ਤੋਂ ਦੁਖੀ ਬਣਗੀ ਅਜਿਹੇ ਹੀ ਵਿਅਕਤੀਆਂ ਦੀ ਹੈ। ਮੈਂ ਇੱਕ ਅਜਿਹੇ ਵਾਕਫ ਦੇ ਘਰ ਰਿਹਾ ਅਤੇ ਉਸ ਨੇ ਮੈਨੂੰ ਆਪਣੀ ਜਿਹੜੀ ਕਥਾ ਸੁਣਾਈ ਉਸ ਨਾਲ ਮੈਂ ਧੁਰ ਅੰਦਰ ਤੱਕ ਹਿੱਲ ਗਿਆ ਸਾਂ। ਕੁਝ ਇਸਤਰੀਆਂ ਨਾਲ ਵੀ ਇਵੇਂ ਹੀ ਵਾਪਰਦਾ ਹੈ। ਸਾਡੇ ਦੇਸ਼ ਵਿੱਚ ਵੀ ਬੜਾ ਕੁਝ ਵਾਪਰਦਾ ਹੈ, ਪਰ ਵਿਦੇਸ਼ ਵਿੱਚ ਕੋਈ ਕਿਸੇ ਦਾ ਸਹਾਰਾ ਨਹੀਂ ਬਣ ਸਕਦਾ, ਕਿਉਂਕਿ ਜੋ ਵੀ ਮਿਲਦਾ ਹੈ ਲੁਟੇਰਾ ਬਣ ਕੇ ਹੀ ਮਿਲਦਾ ਹੈ। ਸੋ ਉੱਥੇ ਜੋ ਕੁਝ ਵਾਪਰਦਾ ਹੈ ਉਹ ਵਧੇਰੇ ਦੁਖਦਾਈ ਹੁੰਦਾ ਹੈ। ਉੱਥੇ ਮੈਨੂੰ ਸਮਝ ਆਈ ਕਿ ਕੁੜੀਆਂ ਨੂੰ ਚਿੜੀਆਂ ਕਿਉਂ ਕਹਿੰਦੇ ਹਨ। ਆਪਣੀ ਉਡਾਣ ਦੌਰਾਨ ਚਿੜੀ ਨੂੰ ਜਿਹੜਾ ਵੀ ਪੰਛੀ ਮਿਲਦਾ ਹੈ ਉਹ ਉਸ ਨਾਲੋਂ ਵਧੇਰੇ ਤਾਕਤਵਰ ਤੇ ਜਾਬਰ ਹੁੰਦਾ ਹੈ। ਮੈਂ ਅਜਿਹੀ ਇੱਕ ਚਿੜੀ ਇੱਕ ਬਾਜ ਦੇ ਪੰਜੇ ਵਿੱਚ ਵੇਖੀ ਸੀ। ਮੈਨੂੰ ਇਸ ਗੱਲ ਦੀ ਭਰਪੂਰ ਖੁਸ਼ੀ ਹੈ ਕਿ ਮੇਰੇ ਦੋਸਤਾਂ ਦੇ ਆਪਣੀਆਂ ਬੀਵੀਆਂ ਨਾਲ ਸੰਬੰਧ ਬੜੇ ਸੁਖਾਵੇਂ ਹਨ, ਪਰ ਉਹਨਾਂ ਨੂੰ ਆਪਣੇ ਬੱਚਿਆਂ ਦੀ ਚਿੰਤਾ ਹੈ ਅਤੇ ਬੁਢਾਪੇ ਵਿੱਚ ਉਹਨਾਂ ਨੂੰ ਇਹ ਇਕੱਲੇ ਰਹਿ ਜਾਣ ਦਾ ਡਰ ਹੈ। ਸਾਡੇ ਦੇਸ਼ ਵਿੱਚ ਇਸਤਰੀਆਂ ਕਿਸੇ ਵੀ ਰੂਪ ਜਾਂ ਰਿਸ਼ਤੇ ਵਿੱਚ ਹੋਣ, ਉਹ ਅਕਸਰ ਮਾਵਾਂ ਵਾਂਗ ਹੀ ਵਿਚਰਦੀਆਂ ਹਨ। ਉਹ ਪਤੀਆਂ ਨਾਲ ਰਹਿੰਦੀਆਂ ਨਹੀਂ, ਉਹਨਾਂ ਨੂੰ ਪਾਲਦੀਆਂ ਹਨ। ਅਮਰੀਕਾ ਵਿੱਚ ਵੱਸਦੇ ਕਿਸੇ ਭਾਰਤੀ ਜਾਂ ਪੰਜਾਬੀ ਦੇ ਘਰ ਜਿਉਂ-ਜਿਉਂ ਧੀ ਜਵਾਨ ਹੁੰਦੀ ਹੈ, ਮਾਪਿਆਂ ਦੀ ਚਿੰਤਾ ਵੱਧਦੀ ਹੈ। ਇਹ ਚਿੰਤਾ ਮਾਪਿਆਂ ਨੂੰ ਭਾਰਤ ਵਿੱਚ ਵੀ ਹੁੰਦੀ ਹੈ, ਪਰ ਉਸ ਚਿੰਤਾ ਅਤੇ ਸਾਡੀ ਚਿੰਤਾ ਵਿੱਚ ਬੜਾ ਅੰਤਰ ਹੈ। ਸਕੂਲਾਂ ਵਿੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਕਿ ਉਹ ਆਪਣੇ ਫੈਸਲੇ ਆਪ ਕਰਨ। ਖੁਰਾਕ ਚੰਗੀ ਹੋਣ ਕਰਕੇ ਉੱਥੇ ਧੀਆਂ ਜਲਦੀ ਜਵਾਨ ਹੋ ਜਾਂਦੀਆਂ ਹਨ। ਧੀਆਂ ਦਾ ਜਵਾਨ ਹੋਣਾ ਟਾਲਿਆ ਨਹੀਂ ਜਾ ਸਕਦਾ। ਜਵਾਨੀ ਅਤੇ ਉਹ ਵੀ ਅਮਰੀਕਾ ਦੀ ਜਵਾਨੀ ਕਿਸੇ ਰੋਕ ਟੋਕ ਦੀ ਪਰਵਾਹ ਨਹੀਂ ਕਰਦੀ ਅਤੇ ਕੋਈ ਵੀ ਫੈਸਲਾ ਕਰਨ ਲੱਗਿਆਂ ਉਹ ਨਫਾ ਨੁਕਸਾਨ ਨਹੀਂ ਸੋਚਦੀ ਅਤੇ ਅੱਗੇ ਪਿੱਛੇ ਨਹੀਂ ਵੇਖਦੀ। ਅਚਾਨਕ ਚੜੇਲ ਬਣੀ ਧੀ ਇੱਕ ਦਿਨ ਕਿਸੇ ਜੋਕਰ ਵਰਗੇ ਮੁੰਡੇ ਨੂੰ ਨਾਲ ਲੈ ਕੇ ਆ ਜਾਵੇਗੀ। ਅਚਾਨਕ ਉਹ ਉਸ ਮੁੰਡੇ ਨਾਲ ਕਈ ਦਿਨ ਕਿਧਰੇ ਚਲੀ ਜਾਵੇਗੀ। ਅਚਾਨਕ ਉਹ ਕਿਸੇ ਦਿਨ ਕਿਸੇ ਹੋਰ ਆਦਮੀ ਨਾਲ ਘਰ ਮੋੜ ਆਵੇਗੀ। ਅਚਾਨਕ ਉਹ ਕਿਸੇ ਹੋਰ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਵੇਗੀ। ਉਹ ਇਤਨਾ ਕੁਝ ਅਚਾਨਕ ਕਰਨ ਲੱਗ ਪੈਂਦੀ ਹੈ ਕਿ ਪਿਤਾ ਦੇ ਸਿਰ ਦੇ ਵਾਲ ਲੋਪ ਹੋ ਜਾਂਦੇ ਹਨ ਅਤੇ ਮਾਂ ਆਪਣੇ ਆਪ ਨੂੰ ਦਵਾਈਆਂ ਦੇ ਹਵਾਲੇ ਕਰ ਦਿੰਦੀ ਹੈ। ਹਰ ਕਿਸੇ ਨੂੰ ਪਤਾ ਹੁੰਦਾ ਹੈ ਕਿ ਇਵੇਂ ਵਾਪਰੇਗਾ, ਪਰ ਹਰ ਕੋਈ ਉਸ ਡਾਕਟਰ ਵਾਂਗ ਸੋਚਦਾ ਹੈ ਜਿਹੜਾ ਸਮਝਦਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਮੌਤ ਨੂੰ ਟਾਲ ਦੇਵੇਗਾ। ਪਰ ਜਦੋਂ ਇਹ ਹਨੇਰੀ ਝੁੱਲਦੀ ਹੈ ਤਾਂ ਸਭ ਕੁਝ ਢਹਿ ਜਾਂਦਾ ਹੈ। ਸਾਡੇ ਸੱਭਿਆਚਾਰ ਦੇ ਸੰਸਕਾਰ ਇਤਨੇ ਸ਼ਕਤੀਸ਼ਾਲੀ ਹਨ ਕਿ ਉੱਥੇ ਇਹ ਸਥਿਤੀ ਭਾਰਤੀ ਮਾਪਿਆਂ ਤੋਂ ਬਰਦਾਸ਼ਤ ਨਹੀਂ ਹੁੰਦੀ। ਪੰਜਾਬੀ ਮਾਪਿਆਂ ਦੇ ਜੀਵਨ ਵਿੱਚ ਇਹ ਉਹ ਸਮਾਂ ਹੁੰਦਾ ਹੈ ਜਦੋਂ ਉਹ ਅੱਖਾਂ ਨਾਲ ਵੇਖਦੇ ਘੱਟ ਹਨ ਤੇ ਰੋਂਦੇ ਵੱਧ ਹਨ। ਉਹਨਾਂ ਦੀ ਹਾਲਤ ਉਸ ਕਿਸਾਨ ਵਾਲੀ ਹੁੰਦੀ ਹੈ ਜਿਸ ਦੇ ਸਾਹਮਣੇ ਉਸ ਦੀ ਫਸਲ ਉੱਤੇ ਗੜੇ ਪੈ ਰਹੇ ਹੋਣ, ਜਾਂ ਉਸ ਕੰਜੂਸ ਵਾਲੀ ਹੁੰਦੀ ਹੈ ਜਿਸ ਦੀ ਥੈਲੀ ਗੁਆਚ ਜਾਵੇ। ਅਮਰੀਕਾ ਵਿੱਚ ਵੱਸਦੇ ਮਾਪਿਆਂ ਲਈ ਪੁੱਤਰਾਂ ਦੇ ਅਜਿਹੇ ਕਾਰਨਾਮੇ ਬਰਦਾਸ਼ਤ ਕਰਨੇ ਫਿਰ ਵੀ ਸੌਖੇ ਹਨ, ਪਰ ਧੀਆਂ ਦੀਆਂ ਅਜਿਹੀਆਂ ਹਰਕਤਾਂ ਉਹ ਬਰਦਾਸ਼ਤ ਨਹੀਂ ਕਰ ਸਕਦੇ। ਜਿਨ੍ਹਾਂ ਦੇ ਕੇਵਲ ਪੁੱਤਰ ਹਨ ਉਹ ਵੀ ਸੁਖੀ ਨਹੀਂ। ਅਜਿਹੇ ਮਾਪੇ ਪੁੱਤਰਾਂ ਦੇ ਤਰਲੇ ਕਰਦੇ ਰਹਿੰਦੇ ਹਨ ਕਿ ਉਹ ਜੋ ਮਰਜ਼ੀ ਕਰਨ, ਪਰ ਵਿਆਹ ਕਿਸੇ ਭਾਰਤੀ ਕੁੜੀ ਨਾਲ ਹੀ ਕਰਾਉਣ। ਜਿਹੜੇ ਪੁੱਤਰ ਪੰਜਾਬੀ ਕੁੜੀ ਨਾਲ ਵਿਆਹ ਕਰਵਾਉਣਾ ਮੰਨ ਲੈਣ, ਉਹਨਾਂ ਦੇ ਮਾਪੇ ਆਪਣੇ ਆਪ ਨੂੰ ਬੜੇ ਭਾਗਸ਼ਾਲੀ ਸਮਝਦੇ ਹਨ। ਸੱਚ ਤਾਂ ਇਹ ਹੈ ਕਿ 16 ਸਾਲਾਂ ਦੀ ਉਮਰ ਵਿੱਚ ਹੀ ਬੱਚੇ ਆਪਣੇ ਮਾਪਿਆਂ ਨੂੰ ਝਿੜਕਣ ਲੱਗ ਪੈਂਦੇ ਹਨ। ਇਹ ਬੱਚੇ ਧਰਮ ਤੋਂ ਬੇਮੁਖ ਤਾਂ ਹੁੰਦੇ ਹੀ ਹਨ, ਆਪਣੀ ਬੋਲੀ, ਦੇਸ਼, ਸੱਭਿਆਚਾਰ ਅਤੇ ਮਾਪਿਆਂ ਤੋਂ ਵੀ ਬੇਮੁਖ ਹੋ ਜਾਂਦੇ ਹਨ। ਮਾਪੇ ਕਹਿੰਦੇ ਹਨ ਕਿ ਉਹਨਾਂ ਨੇ ਬੱਚਿਆਂ ਨੂੰ ਬੜੀ ਮਿਹਨਤ ਕਰਕੇ ਪੜ੍ਹਾਇਆ ਹੈ, ਜਦ ਕਿ ਬੱਚੇ ਕਹਿੰਦੇ ਹਨ ਕਿ ਉਹਨਾਂ ਨੇ ਉਹਨਾਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਇਸ ਪੜਾਅ ਉੱਤੇ ਮਾਪਿਆਂ ਅਤੇ ਬੱਚਿਆਂ ਦਾ ਆਪਸੀ ਰਿਸ਼ਤਾ ਬਨਾਵਟੀ ਬਣ ਜਾਂਦਾ ਹੈ। ਬੱਚੇ ਅਕਸਰ ਮਾਪਿਆਂ ਨੂੰ ਪੁੱਛਦੇ ਹਨ, ਤੁਸੀਂ ਆਪਣੀ ਵਸੀਅਤ ਲਿਖ ਦਿੱਤੀ ਹੈ ਕਿ ਨਹੀਂ? ਕਈ ਬੱਚੇ ਮਾਂ ਨੂੰ ਕਹਿੰਦੇ ਹਨ, ਇਸ ਆਦਮੀ ਨਾਲੋਂ ਚੰਗੇਰਾ ਤੈਨੂੰ ਕੋਈ ਪਤੀ ਨਹੀਂ ਸੀ ਲੱਭਿਆ। ਇੱਕ ਥਾਂ ਉੱਤੇ ਇੱਕ ਵਿਅਕਤੀ ਦੀਆਂ 2 ਧੀਆਂ ਸਥਾਨਕ ਕਾਲਜ ਵਿੱਚ ਪੜ੍ਹਦੀਆਂ ਹੋਣ ਦੇ ਬਾਵਜੂਦ ਘਰ ਨਹੀਂ ਸਨ ਰਹਿ ਰਹੀਆਂ, ਕਿਉਂਕਿ ਘਰ ਵਿੱਚ ਉਹਨਾਂ ਨੂੰ ਅਗਰਬੱਤੀ ਦੀ ਬੂ ਆਉਂਦੀ ਸੀ। ਮੇਰੇ ਇੱਕ ਮਿੱਤਰ ਨੇ ਵੇਚਣ ਦੇ ਇਰਾਦੇ ਨਾਲ ਮਕਾਨ ਪਾਇਆ ਹੋਇਆ ਸੀ। ਉਸ ਨੇ ਆਪਣੀ ਪਤਨੀ ਨੂੰ ਕਿਹਾ ਹੋਇਆ ਸੀ ਕਿ ਘਰ ਵਿੱਚੋਂ ਬੱਚਿਆਂ ਨੂੰ ਪਰੇਸ਼ਾਨ ਕਰਨ ਵਾਲੀ ਘਿਓ ਜਾਂ ਹਲਦੀ ਮਿਰਚਾਂ ਦੀ ਬੂ ਨਹੀਂ ਆਉਣੀ ਚਾਹੀਦੀ। ਜਦੋਂ ਬੱਚੇ 16 ਸਾਲਾਂ ਦੇ ਹੋ ਜਾਣ ਤਾਂ ਮਾਪਿਆਂ ਨੂੰ ਅਚਾਨਕ ਪਤਾ ਲੱਗਦਾ ਹੈ ਕਿ ਉਹ ਇਕੱਲੇ ਰਹਿ ਗਏ ਹਨ, ਕਿਉਂਕਿ ਬੱਚੇ ਇੱਕ ਦਿਨ ਅਚਾਨਕ ਚਲੇ ਜਾਂਦੇ ਹਨ।
ਅਮਰੀਕਨ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਅਜਿਹੇ ਵਿਹਾਰ ਦੀ ਆਦਤ ਹੀ ਨਹੀਂ, ਸਗੋਂ ਉਹ ਤਾਂ ਬੱਚਿਆਂ ਨੂੰ ਆਪ ਵੀ ਕਹਿ ਦਿੰਦੇ ਹਨ ਕਿ ਉਹ ਹੁਣ ਵੱਡੇ ਹੋ ਗਏ ਹਨ, ਸੋ ਉਹ ਆਪਣੇ ਰਾਹ ਪੈਣ। ਅਸੀਂ ਭਾਰਤੀ ਟੱਬਰ ਵਿੱਚ ਰਹਿਣ ਦੇ ਆਦੀ ਹਾਂ ਅਤੇ ਸਾਡੇ ਲਈ ਬੱਚਿਆਂ ਵੱਲੋਂ ਤਿਆਗੇ ਜਾਣ ਜਿਹਾ ਦੁੱਖ ਹੋਰ ਕੋਈ ਨਹੀਂ ਹੁੰਦਾ। ਬਹੁਤੀਆਂ ਹਾਲਤਾਂ ਵਿੱਚ ਸਾਡੀ ਦੂਜੀ ਅਤੇ ਹਰ ਹਾਲਤ ਵਿੱਚ ਤੀਜੀ ਪੀੜ੍ਹੀ ਅਮਰੀਕਾ ਦੇ ਵਿਸ਼ਾਲ ਪ੍ਰਵਾਹ ਵਿੱਚ ਗਵਾ ਜਾਂਦੀ ਹੈ। ਅਮਰੀਕਾ ਹਰ ਕਿਸੇ ਨੂੰ ਆਪਣੇ ਤਾਣੇ ਪੇਟੇ ਵਿੱਚ ਰਲਾ ਲੈਂਦਾ ਹੈ। ਜਦੋਂ ਮਾਪੇ ਬੁੱਢੇ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਆਪਣਾ ਦੇਸ਼ ਅਤੇ ਆਪਣਾ ਸੱਭਿਆਚਾਰ ਯਾਦ ਆਉਂਦਾ ਹੈ ਅਤੇ ਸਤਾਉਂਦਾ ਹੈ। ਪਰ ਗਊ ਬਲਦ ਚੋਰੀ ਹੋ ਜਾਣ ਉਪਰੰਤ ਘਰ ਨੂੰ ਰੋਪੜੀ ਜਿੰਦਾ ਮਾਰਨ ਦਾ ਕੋਈ ਲਾਭ ਨਹੀਂ ਹੁੰਦਾ। ਸਭ ਕੁਝ ਲੁਟਾ ਕੇ ਜਿਹੜੇ ਹੋਸ਼ ਵਿੱਚ ਆਉਂਦੇ ਹਨ ਉਹਨਾਂ ਨਾਲ ਕੋਈ ਹਮਦਰਦੀ ਨਹੀਂ ਕਰਦਾ ਅਤੇ ਜਿਹੜਾ ਚੋਣ ਹਾਰ ਗਿਆ ਹੋਵੇ ਜਾਂ ਜਿਹੜਾ ਹੁਣੇ ਜੇਬ ਕਟਵਾ ਕੇ ਆਇਆ ਹੋਵੇ ਉਸ ਨੂੰ ਕੋਈ ਨਹੀਂ ਸੁਣਦਾ। ਅਮਰੀਕਾ ਵਿੱਚ ਬੁਢਾਪੇ ਵਿੱਚ ਗੁਜ਼ਾਰੇ ਲਈ ਖੁੱਲ੍ਹੇ ਪੈਸੇ ਮਿਲਦੇ ਹਨ, ਪਰ ਜੀਵਨ ਦੀ ਤਸੱਲੀ ਕੇਵਲ ਪੈਸਿਆਂ ਨਾਲ ਨਹੀਂ ਹੁੰਦੀ। ਉੱਥੇ ਹਰ ਕਿਸੇ ਨਾਲ ਇਵੇਂ ਵਾਪਰਦਾ ਹੈ, ਸੋ ਸਾਰੇ ਰੋ ਧੋ ਕੇ ਚੁੱਪ ਕਰ ਰਹਿੰਦੇ ਹਨ। ਅਮਰੀਕਾ ਵਿੱਚ ਵੱਸਦੇ ਭਾਰਤੀ ਮਾਪਿਆਂ ਕੋਲ ਗੱਲਬਾਤ ਦਾ ਇੱਕ ਸਦੀਵੀ ਵਿਸ਼ਾ ਹੁੰਦਾ ਹੈ। ਆਪਣੀ ਸੰਤਾਨ ਨੂੰ ਕੋਸਣਾ ਅਤੇ ਨੂੰਹਾਂ ਨੂੰ ਮਾਲ ਗੱਡੀ ਜਿੰਨੀਆਂ ਲੰਮੀਆਂ ਗਾਲਾਂ ਕੱਢਣਾ। ਇਸ ਪੜਾਅ ਉੱਤੇ ਮਾਪਿਆਂ ਦੀ ਹਾਲਤ ਗਲੇ ਵਿੱਚ ਰੁਕੀ ਹਿਚਕੀ ਵਾਲੀ ਹੋ ਜਾਂਦੀ ਹੈ। ਮੈਨੂੰ ਜਿਹੜੀ ਗੱਲ ਨੇ ਵਧੇਰੇ ਪਰੇਸ਼ਾਨ ਕੀਤਾ ਹੈ ਉਹ ਇਹ ਹੈ ਕਿ ਜਿਹੜੇ ਲੋਕ ਇੱਧਰੋਂ ਉੱਧਰ ਗਏ ਹਨ ਉਹਨਾਂ ਦਾ ਮਾਨਸਿਕ ਵਿਕਾਸ ਨਹੀਂ ਹੋਇਆ। ਮਾਨਸਿਕ ਪੱਖੋਂ ਉਹ ਸਗੋਂ ਪਹਿਲਾਂ ਨਾਲੋਂ ਵੀ ਨਿੱਘਰ ਗਏ ਹਨ। ਪ੍ਰਤੀਤ ਹੁੰਦਾ ਹੈ ਕਿ ਕੁਝ ਵੀ ਪੜ੍ਹਨ ਲਈ ਉਹਨਾਂ ਕੋਲ ਵਕਤ ਹੀ ਨਹੀਂ, ਸੋ ਉਹ ਅੰਤਾਂ ਦੇ ਅੰਧ ਵਿਸ਼ਵਾਸੀ ਬਣ ਜਾਂਦੇ ਹਨ। ਉੱਥੇ ਧਿਆਨ ਨੂੰ ਖਿੱਚਣ ਵਾਲੇ ਇਤਨੇ ਸਾਧਨ ਹਨ ਕਿ ਪੜ੍ਹਨ ਜਿਹੇ ਕੰਮ ਵੱਲ ਕਿਸੇ ਕੋਲ ਦੇਣ ਲਈ ਸਮਾਂ ਹੀ ਨਹੀਂ। ਇੱਧਰੋਂ ਇੱਕ ਵਿਅਕਤੀ ਇੰਜੀਨੀਅਰ ਬਣ ਕੇ ਗਿਆ ਸੀ ਅਤੇ ਉਸ ਨੂੰ ਨਿਊਯਾਰਕ ਨੇੜੇ ਰਹਿੰਦਿਆਂ ਕਈ ਵਰ੍ਹੇ ਹੋ ਗਏ ਸਨ। ਉਹ ਇੱਕ ਪੈਟਰੋਲ ਪੰਪ ਚਲਾ ਰਿਹਾ ਸੀ। ਉਸ ਨੇ ਮੈਨੂੰ ਪੁੱਛਿਆ ਕਿ ਕੈਲੀਫੋਰਨੀਆ ਵਿੱਚ ਪੈਟਰੋਲ ਪੰਪ ਕਿਹੋ ਜਿਹੇ ਹਨ। ਉਸ ਨੇ ਮੈਨੂੰ ਦੱਸਿਆ ਕਿ ਉਸ ਕੋਲ ਅਖਬਾਰ ਪੜ੍ਹਨ ਲਈ ਸਮਾਂ ਹੀ ਨਹੀਂ, ਉਸ ਕੋਲ ਚਿੱਠੀ ਲਿਖਣ ਲਈ ਵੀ ਸਮਾਂ ਨਹੀਂ, ਉਸ ਕੋਲ ਕਿਸੇ ਨਾਲ ਟੈਲੀਫੋਨ ਉੱਤੇ ਗੱਲ ਕਰਨ ਦਾ ਵੀ ਸਮਾਂ ਨਹੀਂ, ਉਸ ਕੋਲ ਕਿਸੇ ਚੀਜ਼ ਵਾਸਤੇ ਸਮਾਂ ਨਹੀਂ ਸੀ ਅਤੇ ਜੇ ਸਮਾਂ ਹੁੰਦਾ ਵੀ ਤਾਂ ਵੀ ਉਹ ਕੁਝ ਪੜ੍ਹਨ ਦੀ ਸੰਭਾਵਨਾ ਨਹੀਂ ਸੀ। ਉਹ ਉਤਨਾ ਕੁ ਸਿਆਣਾ ਰਹਿ ਗਿਆ ਸੀ ਜਿਤਨੀ ਕੁ ਸਿਆਣਪ ਉਸ ਨੂੰ ਆਪਣਾ ਕੰਮ ਚਲਾਉਣ ਲਈ ਲੋੜੀਂਦੀ ਸੀ। ਮੈਂ ਮੰਦਰਾਂ ਗੁਰਦੁਆਰਿਆਂ ਵਿੱਚ ਵੀ ਗਿਆ ਅਤੇ ਉੱਥੇ ਜਿਹੜੀਆਂ ਅੰਧ ਵਿਸ਼ਵਾਸੀ ਕਥਾਵਾਂ ਸੁਣਾਈਆਂ ਜਾ ਰਹੀਆਂ ਸਨ ਉਹ ਸੁਣਨੀਆਂ ਮੇਰੇ ਲਈ ਮੁਸ਼ਕਲ ਹੋ ਗਈਆਂ ਸਨ, ਪਰ ਉਹ ਲੋਕ ਉਹਨਾਂ ਉੱਤੇ ਖੁਸ਼ ਹੋ ਕੇ ਡਾਲਰਾਂ ਦਾ ਮੀਂਹ ਵਰ੍ਹਾ ਰਹੇ ਸਨ। ਪੰਜਾਬ ਵਿੱਚ ਰਹਿੰਦਿਆਂ ਅਸੀਂ ਜਾਤ-ਪਾਤ ਵੱਲ ਧਿਆਨ ਨਹੀਂ ਦਿੰਦੇ, ਪਰ ਅਮਰੀਕਾ ਵਿੱਚ ਵੱਸਦੇ ਪੰਜਾਬੀ ਅਨੇਕਾਂ ਆਧਾਰਾਂ ਉੱਤੇ ਵੰਡੇ ਹੋਏ ਹਨ। ਉਹ ਹਰ ਗੱਲ ਵਿੱਚ ਜਾਤ-ਪਾਤ, ਇਲਾਕੇ ਅਤੇ ਗੋਤ ਦੀ ਚਰਚਾ ਨਾਲੋਂ ਨਾਲ ਕਰਦੇ ਹਨ। ਇੰਗਲੈਂਡ ਵਿੱਚ ਤਾਂ ਸਥਿਤੀ ਹੋਰ ਵੀ ਨਿੱਘਰੀ ਹੋਈ ਹੈ। ਰਾਮਗੜੀਆਂ ਦਾ ਵੱਖਰਾ ਗੁਰਦੁਆਰਾ ਹੈ, ਜੱਟਾਂ ਦਾ ਵੱਖਰਾ, ਮਾਲਵੇ ਵਾਲੇ ਵੱਖ ਹਨ, ਮਾਝੇ ਅਤੇ ਦੁਆਬੇ ਵਾਲੇ ਵੱਖ ਹਨ। ਪੰਜਾਬ ਤੋਂ ਗਏ ਸਿੱਖ ਅਫਰੀਕਾ ਵਿੱਚੋਂ ਆਏ ਸਿੱਖਾਂ ਨਾਲ ਨਹੀਂ ਬੋਲਦੇ, ਖੱਤਰੀ ਜੱਟਾਂ ਨਾਲ ਨਹੀਂ ਬੋਲਦੇ ਤੇ ਜੱਟ ਕੰਬੂਆਂ ਨਾਲ ਨਹੀਂ ਬੈਠਦੇ। ਧਾਰਮਿਕ ਸਥਾਨਾਂ ਉੱਤੇ ਕਬਜ਼ਿਆਂ ਲਈ ਜੋ ਡਾਂਗ ਸੋਟਾ ਚੱਲਦਾ ਹੈ, ਤੌਬਾ ਤੌਬਾ। ਉੱਥੇ ਸਭ ਕੁਝ ਮੁੱਲ ਵਿਕਦਾ ਹੈ ਅਤੇ ਹਰ ਇੱਕ ਚੀਜ਼ ਲਈ ਮੁੱਲ ਤਾਰਨਾ ਪੈਂਦਾ ਹੈ। ਸੋ ਸਭ ਦਾ ਆਪਸ ਵਿੱਚ ਰਿਸ਼ਤਾ ਪੈਸੇ ਵਾਲਾ ਹੈ। ਕੋਈ ਆਪਣੇ ਆਪ ਨੂੰ ਦੂਜੇ ਤੋਂ ਨੀਵਾਂ ਨਹੀਂ ਸਮਝਦਾ। ਸਾਰੇ ਹੀ ਮੋਹਰੀ ਹਨ, ਆਗੂ ਹਨ, ਜਥੇਦਾਰ ਅਤੇ ਧੜੇਬਾਜ਼ ਹਨ। ਉੱਚਾ ਬੋਲਦੇ ਹਨ, ਵੰਗਾਰਦੇ ਹਨ, ਅਣਖ ਦੀ ਲੜਾਈ ਲੜਦੇ ਹਨ। ਆਪਣੇ ਆਪਣੇ ਢੰਗ ਨਾਲ ਸਾਰੇ ਧਰਮ ਦੀ ਸੇਵਾ ਕਰ ਰਹੇ ਹਨ। ਐਤਵਾਰ ਦਾ ਦਿਨ ਉਹਨਾਂ ਦਾ ਇਸੇ ਮਨੋਰੰਜਨ ਵਿੱਚ ਲੰਘਦਾ ਹੈ। ਸਭ ਦਾ ਆਪਸ ਵਿੱਚ ਰਿਸ਼ਤਾ ਸਰੀਕੇ ਵਾਲਾ ਹੈ। ਹਰ ਕਿਸੇ ਵਿੱਚ ਝਟਪਟ ਅਮੀਰ ਬਣੇ ਵਿਅਕਤੀ ਵਾਲਾ ਘਮੰਡ ਹੈ। ਜਦੋਂ ਮਾਨਸਿਕ ਵਿਕਾਸ ਰੁਕ ਜਾਵੇ ਤਾਂ ਮਨੁੱਖ ਆਪਣੀ ਸਥਿਤੀ ਨੂੰ ਵਿਗਾੜਨ ਦੇ ਰਾਹ ਪੈ ਜਾਂਦਾ ਹੈ। ਤਿੜਕੇ ਹੋਏ ਮਨਾਂ ਵਾਲੇ ਲੋਕ ਕਿਵੇਂ ਵਿਚਰਦੇ ਹਨ, ਇਹ ਵੇਖਣ ਲਈ ਤੁਹਾਨੂੰ ਇੰਗਲੈਂਡ, ਕੈਨੇਡਾ, ਅਮਰੀਕਾ ਆਦਿ ਜਾਣਾ ਪਵੇਗਾ। ਉੱਥੇ ਵੀ ਜਿਹੜਾ ਪੈਸੇ ਉਧਾਰ ਲੈਣ ਉਪਰੰਤ ਜੇ ਉਹ ਵਾਪਸ ਨਹੀਂ ਕਰਦਾ ਤਾਂ ਵਿਗੜ ਜਾਂਦੀ ਹੈ। ਵਾਪਸ ਕਰਨ ਵਾਲੇ ਦੀ ਵੀ ਵਿਗੜ ਜਾਂਦੀ ਹੈ। ਵਿਗੜਨੀ ਤਾਂ ਹੁੰਦੀ ਹੀ ਹੈ, ਸੋ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਹੈ। ਕੋਈ ਕਿਸੇ ਦੇ ਘਰ ਨਹੀਂ ਜਾਂਦਾ ਕਿਉਂਕਿ ਸਾਰੇ ਰੱਜੇ ਪੁੱਜੇ ਹਨ। ਜਦੋਂ ਕਦੇ ਸਬੱਬ ਨਾਲ ਦੋ ਟੱਬਰ ਮਿਲ ਬੈਠਣ ਤਾਂ ਕਿਸੇ ਤੀਜੇ ਟੱਬਰ ਦੀ ਪੱਗ ਉਛਲਦੀ ਹੈ। ਮੈਂ ਵੇਖਿਆ ਹੈ ਕਿ ਸਾਨੂੰ ਗੱਲਾਂ ਵਿੱਚੋਂ ਆਨੰਦ ਨਹੀਂ ਮਿਲਦਾ, ਆਨੰਦ ਤਾਂ ਸਾਨੂੰ ਚੁਗਲੀਆਂ ਵਿੱਚੋਂ ਮਿਲਦਾ ਹੈ। ਚੁਗਲੀਆਂ ਵਿੱਚੋਂ ਹਰ ਕਿਸੇ ਨੂੰ ਖੁਰਕ ਕਰਨ ਵਾਲਾ ਆਨੰਦ ਮਿਲਦਾ ਹੈ। ਪੰਜਾਬਣਾਂ ਕੋਲ ਅਣਗਿਣਤ ਗਹਿਣੇ ਅਤੇ ਕੱਪੜੇ ਹਨ, ਪਰ ਉਹਨਾਂ ਨੇ ਮੰਦਿਰ ਗੁਰਦੁਆਰੇ ਦੇ ਸਿਵਾਏ ਕਿਧਰੇ ਜਾਣਾ ਨਹੀਂ ਹੁੰਦਾ। ਸੋ ਮੰਦਿਰਾਂ ਗੁਰਦੁਆਰਿਆਂ ਵਿੱਚ ਰੇਸ਼ਮ ਅਤੇ ਗਹਿਣਿਆਂ ਦੀ ਨੁਮਾਇਸ਼ ਲੱਗਦੀ ਹੈ। ਮੈਂ ਵੇਖ ਕੇ ਹੈਰਾਨ ਹੋਇਆ ਹਾਂ ਕਿ ਪੈਸੇ ਦੇ ਜ਼ੋਰ ਨਾਲ ਬੰਦਾ ਆਪਣੇ ਆਪ ਨਾਲ ਕਿਹੋ ਜਿਹੇ ਭੱਦੇ ਮਖੌਲ ਕਰਦਾ ਹੈ। ਪੂਰੇ ਮੇਚ ਦੇ ਕੱਪੜੇ ਮੈਂ ਸ਼ਾਇਦ ਹੀ ਕਿਸੇ ਨੂੰ ਪਾਏ ਵੇਖੇ ਹੋਣ। ਕੱਪੜੇ ਜਾਂ ਤੰਗ ਹੁੰਦੇ ਹਨ ਜਾਂ ਇਹੋ ਜਿਹੇ ਜਿਵੇਂ ਕਿਸੇ ਨੇ ਤੰਬੂ ਆਪਣੇ ਉੱਤੇ ਸੁੱਟਿਆ ਹੋਵੇ। ਸੁਰਖੀ ਪਾਊਡਰ ਵੀ ਬੜਾ ਵਰਤਿਆ ਜਾਂਦਾ ਹੈ ਤਾਂ ਕਿ ਕਰੂਪਤਾ ਹੋਰ ਚਮਕੇ।
ਕਈ ਵਾਲ ਰੰਗੀਆਂ ਇਸਤਰੀਆਂ ਨੂੰ ਵੇਖ ਕੇ ਇੰਜ ਲੱਗਦਾ ਹੈ ਜਿਵੇਂ ਲਿਪਸਟਿਕ ਉਹਨਾਂ ਨੇ ਸੈਂਡਲਾਂ ਨੂੰ ਲਾ ਲਈ ਹੋਵੇ ਅਤੇ ਪਾਲਿਸ਼ ਮੂੰਹ ਨੂੰ ਲਾਈ ਹੋਵੇ। ਜਦੋਂ ਪੰਜਾਬੀ ਪੁਰਸ਼ ਜੁੜ ਖਲੋਂਦੇ ਹਨ ਤਾਂ ਉਹ ਵਾਪਰੀਆਂ ਘਟਨਾਵਾਂ ਦੀ ਚੀਰ-ਫਾੜ ਕਰਦੇ ਹਨ। ਚੀਜ਼ਾਂ ਖਰੀਦਣ ਵੇਚਣ ਲਈ ਵਰਤੇ ਗਏ ਦਾਅ ਪੇਚਾਂ ਦਾ ਵੇਰਵਾ ਦਿੰਦੇ ਹਨ ਅਤੇ ਸਿੱਧ ਕਰਕੇ ਵਿਛੜਦੇ ਹਨ ਕਿ ਉਹਨਾਂ ਨੇ ਅਮਰੀਕਾ ਵਿੱਚ ਆ ਕੇ ਬੜੀ ਸਿਆਣਪ ਵਾਲਾ ਕੰਮ ਕੀਤਾ ਹੈ, ਪਰ ਉਹਨਾਂ ਕੋਲ ਡਾਲਰਾਂ ਤੋਂ ਸਿਵਾਏ ਵਿਚਾਰਨ ਵਾਲਾ ਕੋਈ ਮਹੱਤਵਪੂਰਨ ਵਿਸ਼ਾ ਨਹੀਂ ਹੁੰਦਾ। ਸੋ ਉਹ ਡਾਲਰਾਂ ਨਾਲ ਇੱਕ ਦੂਜੇ ਨੂੰ ਮਾਪਦੇ ਹਨ। ਸਭ ਕੁਝ ਬੜਾ ਅਜੀਬ ਲੱਗਦਾ ਹੈ। ਮੈਨੂੰ ਤਾਂ ਉਹਨਾਂ ਦੀਆਂ ਗੱਲਾਂ ਸੁਣ ਕੇ ਇੰਜ ਲੱਗਦਾ ਰਿਹਾ ਜਿਵੇਂ ਕਿ ਬਹੁਤ ਗਰੀਬ ਮਾਪਿਆਂ ਦਾ ਮੁੰਡਾ ਕਿਸੇ ਅਮੀਰ ਰਿਸ਼ਤੇਦਾਰ ਦੇ ਘਰ ਵਿਆਹ ਉੱਤੇ ਪਹਿਲੀ ਵਾਰ ਗਿਆ ਹੋਵੇ। ਇਤਨੀਆਂ ਵੱਡੀਆਂ ਗੱਲਾਂ ਵਿੱਚ ਮੈਂ ਕੀ ਯੋਗਦਾਨ ਪਾ ਸਕਦਾ ਸਾਂ। ਸੋ ਮੈਂ ਸੁਣਦਾ ਰਿਹਾ, ਮੈਂ ਵੇਖਦਾ ਰਿਹਾ, ਪਰ ਸਭਨੀ ਥਾਈਂ ਇਹ ਪ੍ਰਭਾਵ ਜ਼ਰੂਰ ਦੇਣਾ ਪਿਆ ਕਿ ਮੈਂ ਬੜੇ ਸਿਆਣੇ ਅਤੇ ਸੁਲਝੇ ਹੋਏ ਲੋਕਾਂ ਦੀ ਗੱਲਬਾਤ ਸੁਣ ਰਿਹਾ ਹਾਂ। ਉੱਥੇ ਗਏ ਸਾਰੇ ਇੱਕ ਦੂਜੇ ਦਾ ਪਿਛੋਕੜ ਜਾਣਦੇ ਹਨ, ਸੋ ਉਹ ਵਡਿਆਉਣ ਦੀ ਭਾਸ਼ਾ ਵਿੱਚ ਇੱਕ ਦੂਜੇ ਨੂੰ ਨਿੰਦਦੇ ਹਨ। ਪੰਜਾਬੀਆਂ ਦੀ ਸਿਫਤ ਇਹ ਹੈ ਕਿ ਉਹ ਆਪ ਗੁਰਦੁਆਰੇ ਵਿੱਚ ਭਾਵੇਂ ਕਈ ਕੁਹਾੜਾ ਹੋ ਰਹੇ ਹੋਣ, ਲੰਗਰ ਨਿਰੰਤਰ ਚੱਲਦਾ ਰਹਿੰਦਾ ਹੈ। ਅਮਰੀਕਾ ਵਿੱਚ ਪੰਜਾਬੀਆਂ ਦੇ ਘਰ ਬਹੁਤ ਵੱਡੇ ਹਨ, ਸ਼ਾਇਦ ਇਸ ਕਰਕੇ ਕਿ ਇੱਥੋਂ ਤੰਗ ਘਰਾਂ ਵਿੱਚੋਂ ਗਏ ਹੋਣ ਕਰਕੇ ਉਹ ਆਪਣੇ ਛੋਟੇਪਣ ਨੂੰ ਵੱਡੇ ਘਰਾਂ ਰਾਹੀਂ ਢੱਕਦੇ ਹਨ। ਕਈ ਵਾਰੀ ਪਰੰਪਰਾ ਹੀ ਅਜਿਹੀ ਹੁੰਦੀ ਹੈ। ਸ਼ਾਇਦ ਮੈਂ ਵੀ ਉੱਥੇ ਰਹਿਣ ਦੀ ਹਾਲਤ ਵਿੱਚ ਇਵੇਂ ਹੀ ਕਰਦਾ। ਮਹੀਨੇ ਬੀਤ ਜਾਂਦੇ ਹਨ, ਕੋਈ ਕਿਸੇ ਦੇ ਘਰ ਨਹੀਂ ਜਾਂਦਾ, ਕਿਸੇ ਚੀਜ਼ ਦੀ ਘਾਟ ਨਹੀਂ, ਅੰਤਾਂ ਦੇ ਸੁੱਖ ਸਾਧਨ ਹਨ, ਪਰ ਗੱਲਬਾਤ ਬਹੁਤਾ ਚਿਰ ਨਹੀਂ ਚੱਲ ਸਕਦੀ ਅਤੇ ਖਾਣ ਪੀਣ ਬਹੁਤਾ ਚਿਰ ਭਰਮਾ ਨਹੀਂ ਸਕਦਾ। ਉੱਥੇ ਰਹਿੰਦਿਆਂ ਮੈਂ ਜਾਣ ਲਿਆ ਸੀ ਕਿ ਉਹਨਾਂ ਲੋਕਾਂ ਦੀ ਕਿਹੜੀਆਂ ਗੱਲਾਂ ਵਿੱਚ ਦਿਲਚਸਪੀ ਹੈ। ਪੰਜਾਬੀ ਕਿਧਰੇ ਵੀ ਚਲਾ ਜਾਵੇ, ਉਹ ਕਮੀਨਾ ਨਹੀਂ ਹੁੰਦਾ, ਉਹ ਸਭ ਕੁਝ ਤੁਹਾਡੇ ਅੱਗੇ ਰੱਖ ਦੇਵੇਗਾ। ਉਹਨਾਂ ਦੇ ਘਰ ਸਾਡੇ ਕਈ ਰਿਆਸਤੀ ਰਾਜਿਆਂ ਦੇ ਮਹਿਲਾਂ ਨਾਲੋਂ ਸੋਹਣੇ ਹਨ, ਪਰ ਅਮਰੀਕਾ ਦਾ ਸਭ ਤੋਂ ਵੱਡਾ ਗੁਣ ਦੋਸ਼ ਇਹ ਹੈ ਕਿ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ। ਤੁਸੀਂ ਵੱਡੇ ਹੋ, ਛੋਟੇ ਹੋ, ਅਮੀਰ ਹੋ, ਗਰੀਬ ਹੋ, ਡਾਕਟਰ ਹੋ, ਜਮਾਂਦਾਰ ਹੋ, ਕਿਸੇ ਨੂੰ ਪਰਵਾਹ ਨਹੀਂ। ਇਹ ਬੇਪਰਵਾਹੀ ਲਾਪਰਵਾਹੀ ਦੀ ਹੱਦ ਤੱਕ ਹੈ। ਇਹ ਲਾਪਰਵਾਹੀ ਏਸ਼ੀਆਈ ਲੋਕਾਂ ਨੂੰ ਬੇਚੈਨ ਕਰਦੀ ਹੈ। ਸੋ ਉਹ ਮਾਨਤਾ ਪ੍ਰਾਪਤੀ ਲਈ ਆਪਣੇ ਵਤਨ ਮੁੜਦੇ ਹਨ, ਰਿਸ਼ਤੇਦਾਰਾਂ ਨੂੰ ਮਿਲਦੇ ਹਨ, ਤੋਹਫੇ ਵੰਡਦੇ ਹਨ, ਆਪਣੀ ਵਾਹ ਕਰਵਾ ਕੇ ਕੁਝ ਚਿਰ ਲਈ ਆਪਣੇ ਆਪ ਨੂੰ ਧਰਵਾਸ ਦਿੰਦੇ ਹਨ। ਹੀਰ ਦਾ ਕੀ ਹਾਲ ਹੋਵੇ ਜੇ ਉਸ ਵੱਲ ਕੋਈ ਧਿਆਨ ਹੀ ਨਾ ਦੇਵੇ। ਕਲਪਨਾ ਕਰੋ, ਤੁਸੀਂ ਵਿਸ਼ਾਲ ਮੇਲੇ ਵਿੱਚ ਘੁੰਮ ਰਹੇ ਹੋਵੋ ਅਤੇ ਤੁਹਾਨੂੰ ਕੋਈ ਪਛਾਣਨ ਵਾਲਾ ਨਾ ਹੋਵੇ। ਨਿਰਸੰਦੇਹ ਤੁਸੀਂ ਮੇਲੇ ਵਿੱਚ ਵੀ ਇਕੱਲੇ ਮਹਿਸੂਸ ਕਰੋਗੇ। ਅਸੀਂ ਬਹੁਤ ਕੁਝ ਮਾਨਤਾ ਪ੍ਰਾਪਤ ਕਰਨ ਲਈ ਕਰਦੇ ਹਾਂ। ਇਹ ਮਾਨਤਾ ਉੱਥੇ ਨਹੀਂ ਮਿਲਦੀ। ਪੰਜਾਬੀ ਦੋ ਸੱਭਿਆਚਾਰਾਂ ਵਿੱਚ ਵੰਡਿਆ ਜੀਵਨ ਜੀ ਰਹੇ ਹਨ। ਉਹਨਾਂ ਦੀ ਸਥਿਤੀ ਸਾਹਿਬਾਂ ਵਾਲੀ ਹੈ, ਜਿਸ ਦਾ ਤਨ ਮਿਰਜ਼ੇ ਵੱਲ ਅਤੇ ਮਨ ਮਾਪਿਆਂ ਵੱਲ ਸੀ। ਪੰਜਾਬੀਆਂ ਦੀ ਸਥਿਤੀ ਦੁਚਿੱਤੀ ਵਿੱਚ ਗਰਸੇ ਬੰਦੇ ਵਰਗੀ ਹੈ। ਜਦੋਂ ਉਹ ਭਾਰਤ ਵਿੱਚ ਵੱਸਦੇ ਆਪਣੇ ਰਿਸ਼ਤੇਦਾਰਾਂ ਨਾਲ ਆਪਣੀ ਤੁਲਨਾ ਕਰਦੇ ਹਨ ਤਾਂ ਪ੍ਰਸੰਨ ਹੁੰਦੇ ਹਨ, ਪਰ ਜਦੋਂ ਅਮਰੀਕਨਾਂ ਨਾਲ ਆਪਣੀ ਤੁਲਨਾ ਕਰਦੇ ਹਨ ਤਾਂ ਉਹ ਉਦਾਸ ਹੀ ਨਹੀਂ ਹੁੰਦੇ, ਉਹਨਾਂ ਨੂੰ ਆਪਣੇ ਬੇਗਾਨੇ ਹੋਣ ਦਾ ਅਹਿਸਾਸ ਵੀ ਹੁੰਦਾ ਹੈ। ਅਮਰੀਕਨ ਸਾਨੂੰ ਹੈਰਾਨੀ ਨਾਲ ਵੇਖਦੇ ਹਨ ਅਤੇ ਇਹ ਹੈਰਾਨੀ ਸਾਨੂੰ ਦੁਖੀ ਕਰਦੀ ਹੈ। ਸਾਡੀਆਂ ਜੜ੍ਹਾਂ ਉਸ ਧਰਤੀ ਵਿੱਚ ਨਹੀਂ ਹਨ। ਅਸੀਂ ਉਸ ਧਰਤੀ ਵਿੱਚ ਦਰਖਤਾਂ ਵਾਂਗ ਨਹੀਂ ਉੱਗ ਸਕਦੇ। ਸਾਡੀ ਹਾਲਤ ਗਮਲਿਆਂ ਵਿੱਚ ਉੱਗੇ ਬੂਟਿਆਂ ਵਾਲੀ ਹੈ। ਅਸੀਂ ਉੱਥੇ ਇੱਕ ਹੱਦ ਤੋਂ ਵੱਧ ਵਿਕਾਸ ਨਹੀਂ ਕਰ ਸਕਦੇ। ਉੱਥੇ ਰਹਿੰਦੇ ਪੰਜਾਬੀਆਂ ਨੂੰ ਪਤਾ ਹੈ ਕਿ ਉਹਨਾਂ ਦੇ ਬਨਵਾਸੋਂ ਪਰਤਣ ਉੱਤੇ ਕੋਈ ਦੀਵਾਲੀ ਨਹੀਂ ਮਨਾਵੇਗਾ। ਇਸੇ ਕਰਕੇ ਉਹ ਬਨਵਾਸ ਤੋਂ ਪਰਤਣ ਲਈ ਤਿਆਰ ਨਹੀਂ ਹਨ। ਕਈ ਬੰਦੇ ਉੱਥੇ ਮੈਨੂੰ ਬੱਦਲਾਂ ਵਾਂਗ ਭਰੇ ਹੋਏ ਲੱਗੇ, ਪਰ ਉਹਨਾਂ ਨੂੰ ਵਰਨ ਲਈ ਕੋਈ ਥਾਂ ਨਹੀਂ ਸੀ ਲੱਭ ਰਹੇ। ਕਈ ਬੰਦੇ ਮੈਨੂੰ ਸੁੱਕੇ ਸਰੋਵਰ ਵਾਂਗ ਗੁੰਮਸੁੰਮ ਵਿਖਾਈ ਦਿੱਤੇ ਅਤੇ ਕਈਆਂ ਦੀਆਂ ਅੱਖਾਂ ਵਿੱਚ ਮੈਨੂੰ ਪੁਸ਼ਤਾਂ ਦੇ ਜਗਰਾਤੇ ਵਿਖਾਈ ਦਿੱਤੇ। ਆਪਣੇ ਦੇਸ਼ ਵਿੱਚ ਅਨੇਕਾਂ ਨੁਕਸ ਹਨ, ਪਰ ਕਿਉਂਕਿ ਇਹ ਸਾਡਾ ਆਪਣਾ ਹੈ, ਇਸ ਲਈ ਸਭ ਕੁਝ ਬਰਦਾਸ਼ਤ ਕਰਨ ਯੋਗ ਹੈ। ਉੱਥੇ ਖਾਣ ਪੀਣ ਦੀਆਂ ਵਸਤਾਂ ਬਹੁਤ ਹਨ, ਪਰ ਮਨ ਦਾ ਰੱਜ ਨਹੀਂ। ਉੱਥੇ ਰਹਿੰਦਿਆਂ ਇੰਜ ਲੱਗਦਾ ਹੈ ਜਿਵੇਂ ਮਹਿੰਗੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹੋਈਏ, ਘਰ ਵਿੱਚ ਨਹੀਂ। ਜਿਹੜੇ ਉੱਥੇ ਟਿਕ ਗਏ ਹਨ ਉਹ ਉੱਥੋਂ ਦੇ ਢੰਗ ਤਰੀਕਿਆਂ ਅਨੁਸਾਰ ਢਲ ਗਏ ਹਨ, ਪਰ ਸਾਡੀ ਜੀਵਨ ਜਾਚ ਹੋਰ ਹੈ, ਉਹਨਾਂ ਦੀ ਹੋਰ ਹੈ। ਉੱਥੇ ਅਸੀਂ ਮਹਿਮਾਨਾਂ ਵਾਂਗ ਵਿਚਰਦੇ ਹਾਂ। ਸਾਡਾ ਉੱਥੇ ਜ਼ੋਰ ਨਹੀਂ ਚੱਲਦਾ। ਉੱਥੇ ਅਸੀਂ ਆਪਣੀ ਮਨਵਾ ਨਹੀਂ ਸਕਦੇ, ਉਹਨਾਂ ਦੀ ਮੰਨ ਕੇ ਸਬਰ ਕਰਨਾ ਪੈਂਦਾ ਹੈ। ਉੱਥੇ ਅਸੀਂ ਖੁੱਲ੍ਹ ਕੇ ਲੜ ਵੀ ਨਹੀਂ ਸਕਦੇ, ਉਤਨਾ ਹੀ ਲੜ ਸਕਦੇ ਹਾਂ ਜਿਤਨੇ ਦੀ ਉੱਥੋਂ ਦੇ ਕਾਨੂੰਨ ਆਗਿਆ ਦੇਣ। ਉੱਥੇ ਸਮਝੌਤਿਆਂ ਵਾਲਾ ਜੀਵਨ ਜਿਉਣਾ ਪੈਂਦਾ ਹੈ। ਅਮਰੀਕੀ ਸੱਭਿਆਚਾਰ ਦਾ ਖਾਸਾ ਹੈ ਕਿ ਕੁਝ ਹੀ ਵਰ੍ਹਿਆਂ ਵਿੱਚ ਇਹ ਬੰਦੇ ਤੋਂ ਸੋਚਣ ਦੀ ਆਦਤ ਖੋਹ ਲੈਂਦਾ ਹੈ ਅਤੇ ਫਿਰ ਉਸ ਨੂੰ ਭੰਬੀਰੀ ਵਾਂਗ ਘਮਾਉਂਦਾ ਹੈ। ਜਿਹੜੇ ਸੋਚਣ ਦੀ ਜਿੱਦ ਕਰਦੇ ਹਨ ਉਹ ਦੁਖੀ ਹੁੰਦੇ ਹਨ ਅਤੇ ਕੀ ਗਵਾਇਆ ਕੀ ਪਾਇਆ ਦੀ ਸੋਚ ਉਹਨਾਂ ਨੂੰ ਤੰਗ ਕਰਦੀ ਹੈ। ਅਜਿਹਾ ਵਿਅਕਤੀ ਬਾਹਰੋਂ ਸਾਬਤਾ ਸਬੂਤਾ ਰੱਖਦਾ ਹੈ, ਪਰ ਟੁੱਟ ਭੱਜ ਤਾਂ ਅੰਤਰ ਮਨ ਵਿੱਚ ਵਾਪਰਦੀ ਹੈ।
ਇਸ ਟੁੱਟ ਭੱਜ ਨੂੰ ਵਸਤਾਂ ਦੇ ਠੁੰਮਣੇ ਨਹੀਂ ਦਿੱਤੇ ਜਾ ਸਕਦੇ। ਜਦੋਂ ਬੰਦੇ ਦੇ ਜਜ਼ਬੇ ਠੰਡੇ ਪੈ ਜਾਣ, ਉਹ ਵਸਤਾਂ ਵਿੱਚੋਂ ਝੂਠੀ ਤਸੱਲੀ ਭਾਲਦਾ ਹੈ। ਸੋ ਦੋਸਤੋ, ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ। ਪਰ ਇਸ ਨੂੰ ਸਾਰਿਆਂ ਨਾਲ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਅੱਜ ਕੱਲ੍ਹ ਹਰ ਕੋਈ ਬਾਹਰ ਜਾਣ ਦਾ ਚਾਹਵਾਨ ਹੈ। ਸੋ ਸਾਰਿਆਂ ਨੂੰ ਇਹ ਗੱਲਾਂ ਜ਼ਰੂਰ ਸੁਣਨੀਆਂ ਚਾਹੀਦੀਆਂ ਹਨ, ਵਿਚਾਰਨੀਆਂ ਚਾਹੀਦੀਆਂ ਹਨ। ਸੋ ਵੀਡੀਓ ਨੂੰ ਪੂਰਾ ਦੇਖਣ ਲਈ ਧੰਨਵਾਦ।